ਸਤਿ ਸ੍ਰੀ ਅਕਾਲ। ਜਸਟ ਟੀਵੀ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਜਸਮੀਤ ਕੌਰ ਸਵਾਗਤ ਕਰਦੀ ਹਾਂ। ਲੈ ਕੇ ਹਾਜ਼ਰ ਹਾਂ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ ਜੁੜਿਆ ਹੋਇਆ ਹੈ ਕੈਨੇਡਾ ਦੀ ਧਰਤੀ ਦੇ ਨਾਲ, ਜਿਸ ਨੂੰ ਅਸੀਂ ਆਪਣਾ ਦੂਸਰਾ ਘਰ ਮੰਨਦੇ ਹਾਂ। ਪਰ ਇੱਥੇ ਸਿੱਖਾਂ ਤੇ ਹੋ ਰਹੇ ਹਮਲਿਆਂ ਦੀ ਗਿਣਤੀ 'ਚ ਲਗਾਤਾਰ ਇਜ਼ਾਫਾ ਹੋਇਆ ਹੈ। ਪਹਿਲਾਂ ਕੁਝ ਪੁਆਇੰਟਰਸ ਦੇ ਜ਼ਰੀਏ ਸਮਝ ਲੈਂਦੇ ਹਾਂ ਕਿ ਮੁੱਦਾ ਹੈ ਕੀ। ਕੈਨੇਡਾ ਦੇ ਵਿੱਚ ਸਿੱਖਾਂ ਦੇ ਖਿਲਾਫ ਨਫ਼ਰਤੀ ਹਿੰਸਾ ਦੀਆਂ ਘਟਨਾਵਾਂ ਵਧੀਆਂ ਨੇ। 60% ਕੈਨੇਡੀਅਨ ਸਿੱਖਾਂ ਦੇ ਵਿਤਕਰੇਬਾਜ਼ੀ ਹੈ ਜਿਹੜੀ ਉਹ ਹੋ ਰਹੀ ਹੈ, ਉਹ ਸ਼ਿਕਾਰ ਹੋਏ ਨੇ ਨਸਲੀ ਵਿਤਕਰੇਬਾਜ਼ੀ ਦਾ। ਕੈਨੇਡੀਅਨ ਸਿੱਖ ਸ਼ਿਕਾਰ ਹੋਏ ਨੇ। ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਵੱਲੋਂ ਜਾਰੀ ਕੀਤੀ ਗਈ ਹੈ ਰਿਪੋਰਟ। 80% ਲੋਕਾਂ ਦੇ ਮੁਤਾਬਕ ਪਿਛਲੇ 5 ਸਾਲਾਂ 'ਚ ਵਧੀਆਂ ਨੇ ਘਟਨਾਵਾਂ। 78 ਪੰਨਿਆਂ ਦੀ ਰਿਪੋਰਟ ਦੇ ਵਿੱਚ ਨਸਲੀ ਵਿਤਕਰੇ ਦੀ ਪੋਲ ਖੁੱਲ੍ਹੀ ਹੈ। ਜਨਵਰੀ ਤੋਂ ਮਾਰਚ 2025 ਦੇ ਦਰਮਿਆਨ 1600 ਤੋਂ ਵੱਧ ਘਟਨਾਵਾਂ ਦਰਜ ਕੀਤੀਆਂ ਗਈਆਂ ਨੇ ਕਿ 1600 ਤੋਂ ਵੱਧ ਘਟਨਾਵਾਂ ਹੋਈਆਂ ਨੇ। 65% ਲੋਕਾਂ ਦੇ ਮੁਤਾਬਕ ਉਹਨਾਂ ਨੂੰ ਜਨਤਕ ਥਾਵਾਂ ਤੇ ਪਰੇਸ਼ਾਨ ਕੀਤਾ ਗਿਆ। ਕੈਨੇਡੀਅਨ ਰੇਸ ਰਿਲੇਸ਼ਨ ਫਾਊਂਡੇਸ਼ਨ ਦੇ ਅਧਿਐਨ ਦਾ ਵੀ ਜ਼ਿਕਰ ਹੈ ਜਿਹੜਾ ਉਹ ਆਉਂਦਾ ਹੈ, ਕਿਉਂਕਿ ਇਹ ਅਧਿਐਨ ਕੀਤਾ ਗਿਆ ਸੀ ਉਸ ਤੋਂ ਬਾਅਦ ਹੀ ਇਹ ਘਟਨਾਵਾਂ ਜਿਹੜੀਆਂ ਉਹ ਵੱਧ ਹੋਈਆਂ ਨੇ। ਉਸ ਦੇ ਵਿੱਚ ਸਿੱਖਾਂ ਦੇ ਖਿਲਾਫ ਨਫ਼ਰਤ ਨੂੰ ਵੀ ਦੱਸਿਆ ਗਿਆ ਸੀ। ਤਾਂ ਅੱਜ ਦਾ ਵਿਸ਼ਾ ਜੀ ਕੈਨੇਡਾ 'ਚ ਹੇਟ ਟਾਰਗੇਟ ਸਿੱਖ। ਕੀ ਵਾਕਈ ਹੀ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ? ਸਾਡਾ ਪ੍ਰੋਗਰਾਮ ਇਸ ਵੇਲੇ ਲਾਈਵ ਹੈ, ਤੁਸੀਂ ਸਾਡੇ ਨਾਲ ਪ੍ਰੋਗਰਾਮ 'ਚ ਜੁੜ ਸਕਦੇ ਹੋ। ਸਾਡੇ ਨੰਬਰਸ ਤੁਹਾਡੀ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰਨੀ ਹੈ ਤੇ ਆਪਣੀ ਰਾਏ ਜਲਦੀ ਪ੍ਰੋਗਰਾਮ ਦੇ ਵਿੱਚ ਲਾਈਵ ਫੋਨ ਕਾਲ ਦੇ ਜ਼ਰੀਏ ਦੇਣੀ ਹੈ। ਤੁਹਾਡੇ ਸਾਰਿਆਂ ਦੇ ਫੋਨ ਕਾਲ ਸਾਡੇ ਲਈ ਬਹੁਤ ਇੰਪੋਰਟੈਂਟ ਨੇ, ਬੇਸ਼ਕੀਮਤੀ ਨੇ। ਅਸੀਂ ਦਰਸ਼ਕਾਂ ਦੀ ਰਾਏ ਜਾਣਨਾ ਚਾਹੁੰਦੇ ਹਾਂ ਕਿ ਵਾਕਿਆ ਹੀ ਕੈਨੇਡਾ ਦੀ ਧਰਤੀ ਤੇ ਅਜਿਹਾ ਸਭ ਹੋ ਰਿਹਾ ਹੈ ਕਿ ਸਿੱਖਾਂ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ। ਇਸ ਦੇ ਕੀ ਕਾਰਨ ਨੇ? ਕਿਉਂਕਿ ਜਿਹੜੇ ਲੋਕ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਉਹ ਭਲੀ ਭਾਂਤ ਜਾਣੂ ਹੁੰਦੇ ਨੇ ਕਿ ਅਜਿਹਾ ਹੋਣ ਦੇ ਪਿੱਛੇ ਕਾਰਨ ਕੀ ਨੇ। ਪਿਛਲੇ ਦਿਨੀ ਵੀ ਇੱਕ ਵੀਡੀਓ ਹੈ ਜਿਹੜੀ ਵਾਇਰਲ ਹੋਈ ਸੀ, ਇੱਕ ਬਜ਼ੁਰਗ ਨੂੰ ਇੱਕ ਕੈਨੇਡੀਅਨ ਨੌਜਵਾਨ ਧੱਕੇ ਮਾਰਦਾ ਵਿਖਾਈ ਦੇ ਰਿਹਾ ਸੀ। ਹਾਲਾਂਕਿ ਉਸਨੂੰ ਪੁਲਿਸ ਨੇ ਫੜ ਲਿਆ ਬਾਅਦ ਵਿੱਚ। ਉੱਥੇ ਖੜੀ ਭੀੜ, ਕੈਨੇਡੀਅਨ ਭੀੜ, ਉਸਦੀ ਹੁਟਿੰਗ ਕਰ ਰਹੀ ਸੀ। ਉਹ ਸਿੱਖ ਬਜ਼ੁਰਗ ਵਿਅਕਤੀ ਡਰਿਆ ਹੋਇਆ ਨਜ਼ਰ ਆ ਰਿਹਾ ਸੀ। ਬਹੁਤ ਸਮੇਂ ਤੋਂ ਅਜਿਹਾ ਹੋ ਰਿਹਾ, ਕਿਤੇ ਇੰਡੀਅਨਸ ਨੂੰ ਰੈਟਸ ਲਿਖਿਆ ਜਾਂਦਾ ਹੈ, ਕਿਸੇ ਬਜ਼ੁਰਗਾਂ ਨੂੰ ਡਰਾਇਆ ਜਾਂਦਾ ਹੈ, ਕਿਤੇ ਉਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ, ਕਦੇ ਕੁਝ ਤੇ ਕਦੇ ਕੁਝ। ਕਦੇ ਉਹਨਾਂ ਨੂੰ ਸਕੂਲ ਦੇ ਵਿੱਚ ਨਸਲੀ ਵਿਤਕਰੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਹ ਸਵਾਲ ਖੜਾ ਹੁੰਦਾ ਹੈ। ਅੱਜ ਸਵਾਲ ਹੈ ਕਿ ਕੈਨੇਡਾ ਦੀ ਉਹ ਧਰਤੀ ਜਿਸ ਨੂੰ ਸਿੱਖਾਂ ਨੇ ਆਪਣੇ ਖੂਨ ਪਸੀਨੇ ਦੇ ਨਾਲ ਸਿੰਚਿਆ। ਕੈਨੇਡਾ ਦੀ ਧਰਤੀ ਨੂੰ ਸਿੱਖਾਂ ਦਾ ਖੂਨ ਪਸੀਨਾ ਲਹੂ ਪਸੰਦ ਹੈ, ਪਰ ਸਿੱਖਾਂ ਦੀ ਦਸਤਾਰ ਪਸੰਦ ਨਹੀਂ। ਅਜਿਹਾ ਕਿਉਂ? ਕੀ ਦਸਤਾਰ ਵੇਖੇ, ਸਿਰ ਤੇ ਚੁੰਨੀ ਵੇਖੇ ਨਸਲੀ ਵਿਤਕਰਾ ਜਿਹੜਾ ਉਹ ਕੀਤਾ ਜਾਂਦਾ? ਤਸਵੀਰਾਂ 'ਚ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇਹ ਘਟਨਾਵਾਂ ਨੇ ਜਿਹੜੀਆਂ ਹੁੰਦੀਆਂ ਨੇ, ਕਿਵੇਂ ਧੱਕੇ ਨੇ ਜਿਹੜੇ ਸਿੱਖ ਪੰਜਾਬੀਆਂ ਨੂੰ ਉੱਥੇ ਮਾਰੇ ਜਾਂਦੇ ਨੇ। ਹੁਣ ਦਸਤਾਰ ਤੋਂ ਤਕਲੀਫ ਕਿਉਂ ਹੈ? ਕਿ ਕੈਨੇਡਾ ਦਾ ਮਲਟੀਕਲਚਰਿਜ਼ਮ ਸਿਰਫ ਫੋਟੋ ਤੱਕ ਹੀ ਸੀਮਤ ਹੈ, ਜਾਂ ਵਾਕਿਆ ਹੀ ਮਲਟੀਕਲਚਰਿਜ਼ਮ ਵਰਗੀ ਕੋਈ ਚੀਜ਼ ਕੈਨੇਡਾ ਦੇ ਵਿੱਚ ਹੈ? ਇਹ ਬਜ਼ੁਰਗ ਉੱਥੇ ਕੁਝ ਟਾਈਮ ਪਹਿਲਾਂ ਦੀ ਸੈਰ ਕਰ ਰਹੀ ਸੀ ਕਿ ਸੀ ਮੁੰਡੇ ਨੇ ਇਹਨਾਂ ਨੂੰ ਬਹੁਤ ਤੰਗ ਕੀਤਾ, ਡਿੱਗ ਪੈਣੇ ਸੀ, ਉੱਥੇ ਡਰ ਕੇ ਭੱਜਦੇ ਹੋਏ ਵੀ ਨਜ਼ਰ ਆਏ। ਹਾਲਾਂਕਿ ਜੋ ਲੋਕ ਉੱਥੇ ਰਹਿੰਦੇ ਨੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਮੰਨਦੇ ਨੇ, ਪਰ ਲੋਕਲ ਲੋਕ ਨੇ ਜਿਹੜੇ ਉੱਥੇ ਬਾਹਰੋਂ ਆਏ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ। ਹਾਲਾਂਕਿ ਸਿੱਖ ਨੇ ਜਿਹੜੇ ਕੋਈ ਫ੍ਰੀ ਜਾ ਕੇ ਤੇ ਬੈਠੇ ਨਹੀਂ, ਕਈ ਲੱਖ ਦੇ ਕੇ ਉੱਥੇ ਬੈਠੇ ਨੇ, ਫਿਰ ਵੀ ਉਹਨਾਂ ਨੂੰ ਰੇਸਿਜ਼ਮ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਔਰ ਉਹਨੂੰ ਇਹ ਕਿਹਾ ਜਾਂਦਾ ਹੈ ਕਿ ਤੁਹਾਡਾ ਘਰ ਨਹੀਂ ਹੈ। ਕਿ ਇੰਨੇ ਪੈਸੇ ਦੇਣ ਦੇ ਬਾਅਦ ਵੀ ਉਹ ਘਰ ਨਹੀਂ ਬਣਦਾ। ਜਦੋਂ ਲੱਖਾਂ ਰੁਪਏ ਦੇ ਕੇ ਸਿੱਖ ਇੱਥੋਂ ਕੈਨੇਡਾ ਦੇ ਵਿੱਚ ਜਾਂਦੇ ਨੇ ਕਿ ਉਹ ਘਰ ਨਹੀਂ ਹੈ। ਸਵਾਲ ਇਹ ਹੈ, ਸਾਡੇ ਬਜ਼ੁਰਗਾਂ ਨੂੰ ਸ਼ਰੇਆਮ ਸੜਕਾਂ ਤੇ ਨਸਲੀ ਗਾਲਾਂ ਕੱਟੀਆਂ ਜਾਂਦੀਆਂ ਨੇ, ਸ਼ਰੇਆਮ ਗਾਲਾਂ ਕੱਟੀਆਂ ਜਾ ਰਹੀਆਂ ਨੇ, ਤਾਂ ਕੀ ਅਸੀਂ ਮੰਨ ਲਈਏ ਕਿ ਕੈਨੇਡਾ ਹੁਣ ਸਿੱਖਾਂ ਦੇ ਲਈ ਸੁਰੱਖਿਅਤ ਨਹੀਂ ਹੈ? ਇਹ ਸਵਾਲ ਹੈ। ਇਹ ਸਵਾਲ ਉਹਨਾਂ ਲੋਕਾਂ ਤੋਂ ਹੈ ਜਿਹੜੇ ਉੱਥੇ ਰਹਿੰਦੇ ਨੇ। ਕਿ ਵਾਕਿਆ ਹੀ ਕੈਨੇਡਾ ਦੇ ਵਿੱਚ ਨਸਲੀ ਭੇਦਭਾਵ ਹੋ ਰਿਹਾ ਹੈ? ਕਿੰਨੀਆਂ ਕੁ ਘਟਨਾਵਾਂ ਨੇ ਜਿਹੜੀਆਂ ਉਹ ਆਈਆਂ ਨੇ? ਕਿੰਨਾ ਕੁ ਭੇਦਭਾਵ ਹੈ ਜਿਹੜਾ ਹੋ ਰਿਹਾ ਹੈ? ਕਿੰਨੀ ਕੁ ਸਟੇਟਮੈਂਟ ਹੈ ਜਿਹੜੀ ਉਹ ਸਾਹਮਣੇ ਆਈ ਹੈ? ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਵੱਲੋਂ ਰਿਪੋਰਟ ਜਾਰੀ ਕੀਤੀ ਗਈ ਹੈ। ਰਿਪੋਰਟ ਚਿੰਤਾਜਨਕ ਹੈ। ਰਿਪੋਰਟ ਬੇहद ਚਿੰਤਾਜਨਕ ਹੈ। ਜੇਕਰ ਕੈਨੇਡਾ ਦੇ ਵਿੱਚ ਵੀ ਇਸ ਤਰ੍ਹਾਂ ਦੇ ਨਾਲ
ਸਿੱਖਾਂ ਨੂੰ ਟਾਰਗੇਟ ਕੀਤਾ ਜਾਏਗਾ ਤਾਂ ਫਿਰ ਮਲਟੀਕਲਚਰਿਜ਼ਮ ਕਿੱਥੇ ਹੈ ਲੋਕਤੰਤਰ। ਲੋਕਤੰਤਰ ਦਾ ਦਾਵਾ ਠੋਕਣ ਵਾਲੇ ਵੱਡੇ ਵੱਡੇ ਦੇਸ਼ ਕੀ ਕਰ ਰਹੇ ਨੇ, ਜੇਕਰ ਇਹਨਾਂ ਦੇਸ਼ਾਂ ਦੇ ਵਿੱਚ ਵੀ ਅਜਿਹਾ ਹੋ ਰਿਹਾ ਹੈ। ਇਸ ਰਿਪੋਰਟ ਦੇ ਵਿੱਚ ਆਖਿਆ ਗਿਆ ਹੈ ਕਿ 65 ਤੋਂ 66% ਸਿੱਖਾਂ ਨੇ ਨਫ਼ਰਤ ਦਾ ਸਾਹਮਣਾ ਕੀਤਾ, ਨਸਲੀ ਵਿਤਕਰੇ ਦਾ ਸਾਹਮਣਾ ਕੀਤਾ। ਲਗਭਗ 91% ਸਿੱਖਾਂ ਦਾ ਮੰਨਣਾ ਹੈ ਕਿ ਉਹਨਾਂ ਨੂੰ ਸਿੱਖ ਪਛਾਣ ਜਿਵੇਂ ਦਸਤਾਰ ਜਾਂ ਕਕਾਰ ਕਰਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। 80% ਲੋਕਾਂ ਨੇ ਮਹਿਸੂਸ ਕੀਤਾ ਕਿ ਪਿਛਲੇ 5 ਸਾਲਾਂ 'ਚ ਸਿੱਖ ਵਿਰੋਧੀ ਘਟਨਾਵਾਂ ਨੇ ਜਿਹੜੀਆਂ ਉਹ ਬਹੁਤ ਵਧੀਆਂ ਨੇ, ਸਿੱਖਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਰਿਪੋਰਟ ਦੇ ਨਾਲ ਹੀ ਵੁੱਡਸਟਾਕ ਦੇ ਵਿੱਚ ਬਜ਼ੁਰਗ ਸਿੱਖ ਸ਼ੰਕਾਰਾ ਸਿੰਘ ਉੱਤੇ ਹੋਏ ਹਮਲੇ ਦੀ ਖਬਰ ਵੀ ਚਰਚਾ ਦੇ ਵਿੱਚ ਹੈ, ਜਿਸ ਦੀਆਂ ਤਸਵੀਰਾਂ ਅਸੀਂ ਵਾਰ-ਵਾਰ ਦਿਖਾ ਰਹੇ ਹਾਂ। ਇੱਕ ਨੌਜਵਾਨ ਨੇ ਬਜ਼ੁਰਗ ਨੂੰ ਰਸਤੇ 'ਚ ਰੋਕ ਕੇ ਨਸਲੀ ਟਿੱਪਣੀਆਂ ਕੀਤੀਆਂ, ਉਸਨੂੰ ਧੱਕਾ ਮਾਰਿਆ। ਉਸ ਨੌਜਵਾਨ ਨੇ ਮੇਰੇ ਦੇਸ਼ 'ਚੋਂ ਨਿਕਲ ਜਾਓ ਵਰਗੇ ਸ਼ਬਦ ਕਹੇ। ਪੁਲਿਸ ਨੇ ਇਸ ਨੂੰ ਨਫ਼ਰਤ ਤੋਂ ਪ੍ਰੇਰਿਤ ਹਮਲਾ ਮੰਨਦਿਆਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਕਈ ਥਾਵਾਂ ਤੇ ਇਸੇ ਨਫ਼ਰਤ ਦੇ ਚੱਲਦਿਆਂ ਸਿੱਖਾਂ ਦੇ ਕਤਲ ਵੀ ਹੋਏ, ਗੋਰਿਆਂ ਦੇ ਵੱਲੋਂ ਸਿੱਖ ਕਤਲ ਵੀ ਕਰ ਦਿੱਤੇ ਗਏ, ਨਸਲੀ ਟਿੱਪਣੀਆਂ ਵਾਰ-ਵਾਰ ਕੀਤੀਆਂ ਗਈਆਂ। ਇਸ ਸਭ ਦੀ ਮੰਗ ਨੂੰ ਲੈ ਕੇ ਇਸ ਨੂੰ ਰੋਕਣ ਲਈ ਕਈ ਵਾਰ ਪ੍ਰਦਰਸ਼ਨ ਵੀ ਹੋਏ ਨੇ, ਪਰ ਫਿਰ ਵੀ ਘਟਨਾਵਾਂ ਨੇ ਕਿ ਜਿਹੜੀਆਂ ਵੱਧਦੀਆਂ ਜਾ ਰਹੀਆਂ ਨੇ। WHO ਦੀ ਰਿਪੋਰਟ ਵਿਤਕਰੇਬਾਜ਼ਾਂ ਦੇ ਕੋਲ ਰਿਮੋਟ ਕਿ ਵਾਕਈ ਰਿਮੋਟ ਕੰਟਰੋਲ ਉਹਨਾਂ ਲੋਕਾਂ ਦੇ ਹੱਥ ਵਿੱਚ ਹੈ। ਸਿੱਖ ਹੋਰ ਇੱਕ ਟਾਰਗੇਟ ਦਰ ਪਿੱਛੇ ਕਿਹੜਾ ਏਜੰਡਾ ਸੈੱਟ, ਕਿ ਵਾਕਿਆ ਹੀ ਕੋਈ ਏਜੰਡਾ ਸੈੱਟ ਹੈ। 5 ਸਾਲ ਦੀ ਡਾਟਾ ਫਾਈਲ ਕਿਉਂ ਸਵਾਲਾਂ 'ਚ ਸਮਾਈ, ਕਿ ਉੱਥੇ ਜਾਣ ਵਾਲੇ ਲੋਕ ਜੋ ਲੱਖਾਂ ਰੁਪਏ ਦੇ ਕੇ ਜਾਂਦੇ ਨੇ, ਉਹਨਾਂ ਨੂੰ ਰਹਿਣ ਦਾ ਹੱਕ ਨਹੀਂ ਹੈ ਤੇ ਉਹਨਾਂ ਨੂੰ ਵੀਜ਼ਾ ਕਿਉਂ ਦਿੱਤਾ ਜਾਂਦਾ ਹੈ। ਜੇਕਰ ਪੈਸੇ ਲੈ ਕੇ ਵੀਜ਼ੇ ਦਿੱਤੇ ਜਾਂਦੇ ਨਹੀਂ ਤਾਂ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੈਨੇਡੀਅਨ ਗਵਰਨਮੈਂਟ ਦੀ ਹੈ, ਤਾਂ ਫਿਰ ਕੈਨੇਡੀਅਨ ਗਵਰਨਮੈਂਟ ਇਹਨਾਂ ਲੋਕਾਂ ਦੀ ਹਿਫਾਜ਼ਤ ਕਿਉਂ ਨਹੀਂ ਕਰਦੀ ਹੈ? ਕਿਉਂ ਅਜਿਹੇ ਲੋਕਾਂ ਨੂੰ ਸਖਤ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ ਜੋ ਉੱਥੇ ਨਸਲੀ ਟਿੱਪਣੀਆਂ ਕਰਦੇ ਨੇ? ਮਾਰਕ ਕਾਰਨੀ ਪ੍ਰਧਾਨ ਮੰਤਰੀ ਕੀ ਕਹਿੰਦੇ ਨੇ ਕਿ ਵਾਕਿਆ ਹੀ ਅਜਿਹਾ ਹੈ, ਜੋ ਸਿੱਖ ਕਿਸੇ ਉੱਚ ਅਹੁਦੇ ਤੇ ਵੀ ਹੈ ਉਸਦੇ ਨਾਲ ਵੀ ਇਸ ਤਰ੍ਹਾਂ ਦੀ ਵਿਤਕਰੇਬਾਜ਼ੀ ਕੀਤੀ ਜਾਂਦੀ ਹੈ। ਜੇਕਰ ਕੋਈ ਪੁਲਿਸ ਅਧਿਕਾਰੀ ਵੀ ਹੈ ਤਾਂ ਉਸਦੇ ਨਾਲ ਵੀ ਗੋਰੇ ਇਸੇ ਤਰ੍ਹਾਂ ਦੀ ਬਦਤਮੀਜ਼ੀ ਕਰਦੇ ਨੇ। ਤਾਂ ਤਸਵੀਰਾਂ ਬਹੁਤ ਕੁਝ ਬਿਆਨਦੀਆਂ ਨੇ ਔਰ ਡਰਾਉਂਦੀਆਂ ਵੀ ਨੇ ਕਿ ਸਾਡੇ ਬਜ਼ੁਰਗ ਧੱਕੇ ਖਾਣ ਨਹੀਂ, ਕਿਸ ਤਰ੍ਹਾਂ ਉਹਨਾਂ ਨੂੰ ਧੱਕੇ ਦਿੱਤੇ ਜਾਣ, ਉਹਨਾਂ ਦੀ ਵੋਟਿੰਗ ਵਾਸਤੇ ਨਹੀਂ ਕਿ ਉਹਨਾਂ ਨੂੰ ਤੇ ਵੋਟਿੰਗ ਕੀਤੀ ਜਾਵੇ। ਹੁਣ ਲੋੜ ਕੀ ਹੈ ਕਿ ਇਸ ਤਰ੍ਹਾਂ ਇਸ ਵਿਅਕਤੀ ਨੂੰ ਕਿਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਵੇ, ਕਿ ਵਾਕਿਆ ਹੀ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਰ ਉਹ ਸਜ਼ਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਰਿਪੋਰਟ ਨੇ ਸਭ ਨੂੰ ਡਰਾ ਦਿੱਤਾ ਹੈ। ਵਰਲਡ ਆਰਗੇਨਾਈਜੇਸ਼ਨ ਦੇ ਵੱਲੋਂ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਨਫ਼ਰਤੀ ਅਪਰਾਧਾਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਏ ਜਾਣ, ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਪਰ ਕੀ ਸਿੱਖਾਂ ਦੀ ਸੁਰੱਖਿਆ ਇੰਨੇ ਸਾਲਾਂ ਦੇ ਵਿੱਚ ਯਕੀਨੀ ਬਣਾਈ ਗਈ? ਕੀ ਕੈਨੇਡਾ ਦੀ ਧਰਤੀ ਤੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣੀ, ਜਾਂ ਫਿਰ ਸਿੱਖਾਂ ਨੂੰ ਉਵੇਂ ਹੀ ਟਾਰਗੇਟ ਕੀਤਾ ਗਿਆ, ਉਹਨਾਂ ਨੂੰ ਤੰਗ ਕੀਤਾ ਗਿਆ? ਅਜਿਹੀਆਂ ਨਸਲੀ ਹਿੰਸਾ ਕਿਉਂ? ਅਜਿਹੀਆਂ ਨਸਲੀ ਟਿੱਪਣੀਆਂ ਕਿਉਂ? ਕਿ ਜੋ ਵਿਅਕਤੀ ਪੈਸੇ ਦੇ ਕੇ ਵੀਜ਼ਾ ਲੈ ਕੇ ਕੈਨੇਡਾ ਦੇ ਵਿੱਚ ਜਾਂਦਾ ਹੈ, ਪ੍ਰੋਪਰ ਤਰੀਕੇ ਨਾਲ ਉੱਥੇ ਰਹਿੰਦਾ ਹੈ। ਇਹ ਤਾਂ ਹੈ ਨਹੀਂ ਕਿ ਕੋਈ ਫ੍ਰੀ ਗਿਆ ਤੇ ਉਸਨੂੰ ਉੱਥੋਂ ਕੱਢ ਦੇ। ਜੇਕਰ ਕੋਈ ਸਮੱਸਿਆ ਹੈ ਤਾਂ ਆਪਣੇ ਦੇਸ਼ ਦੀਆਂ ਸਰਕਾਰਾਂ ਨੂੰ ਲਿਖਿਆ ਜਾ ਸਕਦਾ ਹੈ। ਲੋਕ ਜੋ ਉੱਥੋਂ ਦੇ ਮੂਲ ਰੂਪ ਤੇ ਰਹਿਣ ਵਾਲੇ ਨੇ, ਉੱਥੋਂ ਦੀਆਂ ਸਰਕਾਰਾਂ ਨੂੰ ਲਿਖ ਸਕਦੇ ਨੇ ਕਿ ਲੋਕਾਂ ਨੂੰ ਵੀਜ਼ੇ ਨਾ ਦਿੱਤੇ ਜਾਣ। ਪਰ ਜਿਹੜੇ ਲੋਕ ਪੈਸੇ ਦੇ ਕੇ ਵੀਜ਼ਾ ਲੈ ਕੇ ਜਾਂਦੇ ਨੇ, ਉਹਨਾਂ ਦੇ ਨਾਲ ਅਜਿਹਾ ਵਿਵਹਾਰ ਕਿਉਂ? ਉਹਨਾਂ ਤੇ ਕੀ ਕਦੇ ਕੋਈ ਸਖਤ ਕਾਰਵਾਈ ਹੋਈ ਹੈ? ਸਾਡਾ ਸਵਾਲ ਕੈਨੇਡਾ 'ਚ ਰਹਿੰਦੇ ਲੋਕਾਂ ਨੂੰ ਹੈ ਕਿ ਕਦੇ ਤੁਸੀਂ ਵੀ ਇਸ ਤਰ੍ਹਾਂ ਦੀ ਵਿਤਕਰੇਬਾਜ਼ੀ ਦਾ ਸ਼ਿਕਾਰ ਹੋਏ ਹੋ, ਨਸਲੀ ਹਿੰਸਾ, ਨਸਲੀ ਟਿੱਪਣੀ ਦਾ ਸ਼ਿਕਾਰ ਹੋਏ ਹੋ? ਕਿ ਤੁਹਾਡਾ ਕੋਈ ਆਪਣਾ ਮਾਂ ਬਾਪ, ਭਾਈ ਭੈਣ ਜਾਂ ਬਜ਼ੁਰਗ ਜਾਂ ਆਂਢ ਗੁਆਂਢ 'ਚ ਕੋਈ ਇਸ ਤਰ੍ਹਾਂ ਦੀ ਹਿੰਸਾ ਦਾ, ਇਸ ਤਰ੍ਹਾਂ ਦੀ ਟਿੱਪਣੀਆਂ ਦਾ, ਇਸ ਤਰ੍ਹਾਂ ਦੀ ਛੇੜਛਾੜ ਦਾ ਸ਼ਿਕਾਰ ਹੋਇਆ ਹੈ? ਤਾਂ ਤੁਸੀਂ ਸਾਨੂੰ ਆਪਣਾ ਤਜਰਬਾ ਸਾਂਝਾ ਕਰ ਸਕਦੇ ਹੋ ਫੋਨ ਕਾਲ ਦੇ ਜ਼ਰੀਏ ਕਿ ਅਜਿਹਾ ਹੋਇਆ ਹੈ ਜਾਂ ਫਿਰ ਨਹੀਂ ਹੋਇਆ ਹੈ। ਹੁਣ ਲੋਕ ਕੈਨੇਡਾ ਜਾਣ ਤੋਂ ਵੀ ਕੀ ਡਰਨ ਲੱਗੇ ਨੇ ਕਿ ਕੈਨੇਡਾ ਹੁਣ ਸੇਫ ਕੰਟਰੀ ਨਹੀਂ ਰਹੀ ਹੈ, ਜਿਸਨੂੰ ਕਦੇ ਸਿੱਖਾਂ ਲਈ ਦੂਜਾ ਘਰ ਅਤੇ ਸਭ ਤੋਂ ਸੇਫੈਸਟ ਕੰਟਰੀ ਮੰਨਿਆ ਜਾਂਦਾ ਸੀ। ਕੀ ਹੁਣ ਕੈਨੇਡਾ ਸੇਫ ਨਹੀਂ? ਕੀ ਕੈਨੇਡਾ ਆਉਣਾ ਗੁਨਾਹ ਹੋ ਗਿਆ ਹੈ? ਅੱਜ ਦਾ ਮੁੱਦਾ ਹੈ ਜੀ ਸਿੱਖ ਸੁਰੱਖਿਆ ਤੇ ਸਾਜ਼ਿਸ਼ ਦੇ ਨਾਲ ਜੁੜਿਆ ਹੋਇਆ, ਕਿ ਵਾਕਿਆ ਹੀ ਸਿੱਖਾਂ ਦੇ ਖਿਲਾਫ ਕੈਨੇਡਾ ਦੀ ਧਰਤੀ ਤੇ ਕੁਝ ਸਾਜ਼ਿਸ਼ ਰਚੀ ਜਾ ਰਹੀ ਹੈ। ਕੈਨੇਡੀਅਨ ਕ੍ਰਾਈਮ ਰੇਟ ਕਿਉਂ ਵੱਧ ਰਹੀ ਹੈ?
ਕੈਨੇਡਾ ਦੇ ਵਿੱਚ ਹੇਠ ਸਿੱਖਾਂ ਦੇ ਖਿਲਾਫ ਕਿਉਂ ਵੱਧ ਰਹੀ ਹੈ? ਇਸ ਰਿਪੋਰਟ ਨੇ ਸਭ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਹੈ, ਚੌਂਕਾ ਕੇ ਰੱਖ ਦਿੱਤਾ ਹੈ। ਐਸੇ ਨਫ਼ਰਤੀ ਹਿੰਸਾ ਦੇ ਚੱਲਦਿਆਂ ਕਈ ਲੋਕਾਂ ਦੀ ਜਾਨ ਵੀ ਗਈ ਹੈ। ਨਫ਼ਰਤ ਦੇ ਚੱਲਦਿਆਂ ਉਹਨਾਂ ਤੇ ਹਮਲੇ ਕੀਤੇ ਗਏ ਨੇ। ਸਕੂਲਾਂ ਦੇ ਵਿੱਚ ਬੱਚਿਆਂ ਤੇ ਹਮਲੇ ਵੀ ਹੋਏ ਨੇ ਨਾਲ ਦੇ ਬੱਚਿਆਂ ਦੇ ਵੱਲੋਂ। ਇਹ ਜਿਹੀ ਨਫ਼ਰਤ ਨੂੰ ਰੋਕਣ ਦੇ ਲਈ ਕਦੇ ਕੁਝ ਕੀਤਾ ਕੈਨੇਡਾ ਪੁਲਿਸ ਨੇ, ਕੈਨੇਡਾ ਦੀ ਸਰਕਾਰ ਨੇ, ਜਾਂ ਫਿਰ ਸਿਰਫ ਕੈਨੇਡੀਅਨ ਗਵਰਨਮੈਂਟ ਤੋਂ ਪੈਸੇ ਲੈ ਕੇ ਵੀਜ਼ੇ ਦੇਣੇ ਉਹਦੇ ਨੇ? ਹਿਫਾਜ਼ਤ ਸੁਰੱਖਿਆ ਲੋਕਾਂ ਦੀ ਨਹੀਂ ਕਰਨੀ ਆਉਂਦੀ। ਉਹਨਾਂ ਬੱਚਿਆਂ ਦੀ ਕੀ ਗਲਤੀ ਸੀ ਜਿਨ੍ਹਾਂ ਨੂੰ ਸਕੂਲ ਦੇ ਵਿੱਚ ਟਾਰਗੇਟ ਕੀਤਾ ਗਿਆ? ਸਕੂਲ ਦੇ ਵਿੱਚ ਨਸਲੀ ਟਿੱਪਣੀਆਂ ਕੀਤੀਆਂ ਗਈਆਂ, ਨਸਲੀ ਵਿਤਕਰੇ ਦਾ ਸ਼ਿਕਾਰ ਉਹਨਾਂ ਬੱਚਿਆਂ ਨੂੰ ਬਣਾਇਆ ਗਿਆ। ਉਹਨਾਂ ਦੇ ਮਾਪੇ ਪੈਸੇ ਦੇ ਕੇ ਆਏ ਨੇ ਇੱਥੇ ਪਈ, ਉਹ ਫ੍ਰੀ ਨਹੀਂ ਰਹਿੰਦੇ। ਇਹ ਤਾਂ ਹੈ ਨਹੀਂ ਕਿ ਤੁਸੀਂ ਕਿਸੇ ਦੂਸਰੀ ਸਟੇਟ ਤੋਂ ਉੱਠ ਕੇ ਆ ਗਏ ਫ੍ਰੀ ਆਏ ਹੋ ਤੇ ਤੁਹਾਡੇ ਨਾਲ ਇਸ ਲਈ ਅਜਿਹਾ ਹੋ ਰਿਹਾ। ਨਹੀਂ, ਫ੍ਰੀ ਨਹੀਂ ਆਇਆ ਉੱਥੇ, ਸਾਰੇ ਲੱਖਾਂ ਰੁਪਏ ਖਰਚ ਕਰਕੇ ਆਏ। ਤੇ ਜੇਕਰ ਲੱਖਾਂ ਰੁਪਏ ਖਰਚ ਕਰਨ ਵਾਲਿਆਂ ਨਾਲ ਅਜਿਹਾ ਹੋ ਰਿਹਾ ਹੈ ਤਾਂ ਤੁਸੀਂ ਸੋਚੋ ਕਿ ਅਜਿਹੀ ਕਿਹੜੀ ਧਰਤੀ ਹੈ ਜਿਹੜੀ ਸੇਫ ਹੈ, ਇੱਥੇ ਸਿੱਖ ਸੁਰੱਖਿਅਤ ਨੇ। ਪਿਛਲੇ 5 ਸਾਲਾਂ ਦੇ ਵਿੱਚ ਇਹ ਘਟਨਾਵਾਂ ਵਧੀਆਂ ਨੇ। ਇਹਨਾਂ ਘਟਨਾਵਾਂ ਦੇ ਵਧਣ ਦੇ ਕਾਰਨ ਕੀ ਹੈ? ਕੀ ਅਸੀਂ ਲੋਕ ਆਪ ਵੀ ਜ਼ਿੰਮੇਵਾਰ ਹਾਂ, ਜਾਂ ਫਿਰ ਸਾਡੀ ਕੁਝ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਨੂੰ ਮੂੰਹ ਤੋੜ ਜਵਾਬ ਦਈਏ, ਜਾਂ ਫਿਰ ਚੁੱਪਚਾਪ ਸਹਿੰਦੇ ਰਹੀਏ? ਕਿਸ ਤਰ੍ਹਾਂ ਦੇ ਨਾਲ ਇਸ ਜ਼ੁਲਮ ਹੈ ਜਿਹੜਾ ਉਹ ਖਤਮ ਹੋਏਗਾ? ਕੀ ਕਦੇ ਨਸਲੀ ਹਿੰਸਾ, ਨਸਲੀ ਟਿੱਪਣੀਆਂ, ਵਿਤਕਰੇਬਾਜ਼ੀ ਕਦੇ ਰੁਕੇਗੀ ਜਾਂ ਫਿਰ ਨਹੀਂ ਰੁਕੇਗੀ? ਐਸਾ ਜਵਾਬ ਫਿਲਹਾਲ ਕਿਸੇ ਕੋਲ ਵੀ ਨਹੀਂ ਹੈ। ਇੱਕ ਬ੍ਰੇਕ ਦੇ ਲਈ ਰੁਕਾਂਗੇ, ਹਾਸਲ ਬਣਿਆ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਲਗਾਤਾਰ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ, ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਸਾਡੇ ਨੰਬਰਸ ਤੁਹਾਡੀ ਟੀਵੀ ਸਕਰੀਨ ਤੇ ਫਲੈਸ਼ ਨੇ। ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰਨੀ ਹੈ ਤੇ ਸਾਡੇ ਨਾਲ ਗੱਲਬਾਤ ਕਰਨੀ ਹੈ। ਸਾਡਾ ਅੱਜ ਦਾ ਮੁੱਦਾ ਹੈ ਜੀ ਕਿ ਅਸੀਂ ਇੰਨੇ ਹੀ ਬੇਗੈਰਤ ਹੋ ਗਏ ਕਿ ਅਸੀਂ ਸਿਰਫ ਸਾਡੀ ਅਣਖ ਹੈ ਜਿਹੜੀ ਕੋਠੀਆਂ ਦੀਆਂ ਲੈਂਟਰਾਂ ਹੇਠ ਦੱਬੀ ਰਹਿ ਗਈ ਹੈ, ਕਿ ਜਦੋਂ ਕੋਈ ਸਾਡੀ ਪਛਾਣ ਤੇ ਹਮਲਾ ਕਰਦਾ ਹੈ ਅਸੀਂ ਉਹਦੇ ਮੂੰਹ ਦੇ ਵਿੱਚ ਘੁੰਗਣੀਆਂ ਪਾ ਕੇ ਬੈਠ ਜਾਂਦੇ। ਅਸੀਂ ਵਿਦੇਸ਼ ਕੈਨੇਡਾ ਦੀ ਗੱਲ ਕਰ ਰਹੇ ਹਾਂ, ਜਿੱਥੇ ਸਿੱਖਾਂ ਤੇ ਹਮਲੇ ਲਗਾਤਾਰ ਵੱਧ ਰਹੇ ਨੇ। ਇੱਕ ਰਿਪੋਰਟ ਨੇ ਸਭ ਨੂੰ ਪਰੇਸ਼ਾਨ ਕਰ ਦਿੱਤਾ ਹੈ ਕਿ ਕੈਨੇਡਾ ਦੇ ਵਿੱਚ ਉੱਚ ਅਹੁਦਿਆਂ ਤੇ ਬੈਠੇ, ਸੰਸਦ ਭਵਨ 'ਚ ਬੈਠੇ ਸਾਡੇ ਹੀ ਲੋਕ ਸਾਡੇ ਲਈ ਕੁਝ ਨਹੀਂ ਕਰ ਸਕਦੇ। ਤਾਂ ਕਾਹਦੇ ਲਈ ਬੈਠੇ ਨੇ? ਸਿਰਫ ਉਹਨਾਂ ਨੂੰ ਆਪਣੀਆਂ ਕੁਰਸੀਆਂ ਪਿਆਰੀਆਂ ਨੇ, ਜਾਂ ਕਦੇ ਲੋਕਾਂ ਲਈ ਵੀ ਕੁਝ ਕਰਕੇ ਵਿਖਾਉਣ ਲਈ? ਕਿਉਂਕਿ ਹੇਟ ਕ੍ਰਾਈਮ ਦੇ ਵਿੱਚ ਕੈਨੇਡਾ 'ਚ ਲਗਾਤਾਰ ਵਾਧਾ ਹੋਇਆ ਹੈ। ਬੱਚੇ ਤੋਂ ਲੈ ਕੇ ਬਜ਼ੁਰਗ ਨੂੰ ਇਸ ਤਰ੍ਹਾਂ ਦੀਆਂ ਨਸਲੀ ਜਿਹੜੀਆਂ ਹਿੰਸਾ ਦੀਆਂ ਘਟਨਾਵਾਂ ਨੇ ਉਹਨਾਂ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਤਾਂ ਤੁਸੀਂ ਵੀ ਤਸਵੀਰਾਂ ਦੇਖ ਸਕਦੇ ਹੋ। ਅਸੀਂ ਕੁਝ ਤਸਵੀਰਾਂ, ਕੁਝ ਵੀਡੀਓਜ਼ ਇਸ ਲਈ ਰੱਖੀਆਂ ਨੇ ਤਾਂ ਜੋ ਤੁਹਾਨੂੰ ਸਮਝ ਆਵੇ ਕਿ ਕਿਸ ਤਰ੍ਹਾਂ ਦੇ ਨਾਲ ਕੈਨੇਡਾ ਦੀ ਧਰਤੀ ਤੇ ਅਜਿਹਾ ਹੋਇਆ। ਕਿ ਕੈਨੇਡਾ ਦੀ ਧਰਤੀ ਤੇ ਅਸੀਂ ਇਸ ਲਈ ਗਏ ਹਾਂ, ਇਸ ਲਈ ਅਸੀਂ ਇੰਨਾ ਪੈਸਾ ਲਾਇਆ, ਇਸ ਲਈ ਖੂਨ ਪਸੀਨਾ ਲਾ ਕੇ ਉਸਨੂੰ ਸਿੰਜ ਰਹੇ ਹਾਂ, ਉੱਥੋਂ ਦੀ ਆਰਥਿਕਤਾ ਨੂੰ ਮਜ਼ਬੂਤ ਕਰ ਰਹੇ ਹਾਂ ਕਿ ਸਾਡੇ ਬਜ਼ੁਰਗਾਂ ਨਾਲ, ਬੱਚਿਆਂ ਨਾਲ, ਸਾਡੇ ਜਵਾਨਾਂ ਦੇ ਨਾਲ ਅਜਿਹਾ ਕੁਝ ਹੋਵੇ। ਐਸੇ ਨਫ਼ਰਤ ਦੇ ਕਰਕੇ ਕਈ ਨੌਜਵਾਨਾਂ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਗਿਆ, ਕਈ ਬਜ਼ੁਰਗਾਂ ਤੇ ਹਮਲੇ ਹੋਏ, ਕਈਆਂ ਦੀ ਜਾਨ ਚਲੀ ਗਈ। ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਜੋ ਡਾਟਾ ਦਿੱਤਾ ਹੈ ਉਹ ਹੈਰਾਨ ਕਰਨ ਵਾਲਾ ਹੈ। ਹੁਣ ਇਹ ਨਫ਼ਰਤ ਕੈਨੇਡਾ ਦੇ ਗੋਰਿਆਂ ਦੇ ਮਨਾਂ ਦੇ ਵਿੱਚ ਹੈ ਜਾਂ ਸਾਡੀ ਚੁੱਪ ਨੇ ਉਹਨਾਂ ਨੂੰ ਹੌਸਲਾ ਦਿੱਤਾ ਹੈ? ਸਵਾਲ ਇਹ ਹੈ। ਅੱਜ 65% ਸਿੱਖ ਨਫ਼ਰਤੀ ਹਿੰਸਾ ਦਾ ਸ਼ਿਕਾਰ ਨੇ। ਇਹ ਰਿਪੋਰਟ ਕਹਿੰਦੀ ਹੈ, ਅਸੀਂ ਨਹੀਂ ਕਹਿੰਦੇ। ਜਦੋਂ ਵੁੱਡਸਟੌਕ ਦੀਆਂ ਸੜਕਾਂ ਤੇ ਸਾਡੇ ਇੱਕ ਬਜ਼ੁਰਗ ਦੀ ਪੱਗ ਨੂੰ ਹੱਥ ਪਾਇਆ ਜਾਂਦਾ ਹੈ, ਉਸਨੂੰ ਆਖਿਆ ਜਾਂਦਾ ਹੈ ਕਿ ਆਪਣੇ ਦੇਸ਼ ਵਾਪਸ ਜਾਓ, ਉਸਨੂੰ ਧੱਕਾ ਮਾਰਿਆ ਜਾਂਦਾ ਹੈ, ਤਾਂ ਉਹ ਧੱਕਾ ਇੱਕ ਬਜ਼ੁਰਗ ਨੂੰ ਨਹੀਂ ਬਲਕਿ ਹਰ ਸਿੱਖ ਨੂੰ ਲੱਗਿਆ। ਕਿ ਅਸੀਂ ਸਿਰਫ ਇਹ ਕਹਿ ਕੇ ਫॉर ਗ੍ਰਾਂਟਡ ਲੈ ਲਵਾਂਗੇ ਇੱਕਾ ਦੁੱਕਾ ਘਟਨਾ ਹੋਈ ਹੈ? ਨਹੀਂ, ਇੱਕਾ ਦੁੱਕਾ ਘਟਨਾ ਨਹੀਂ। ਪਿਛਲੇ 5 ਸਾਲਾਂ 'ਚ ਅਜਿਹੀਆਂ ਘਟਨਾਵਾਂ 'ਚ ਲਗਾਤਾਰ ਇਜ਼ਾਫਾ ਹੋਇਆ। 65-66% ਸਿੱਖ ਇਸ ਤੋਂ ਪੀੜਤ ਨਹੀਂ। ਕਿ ਇੰਨੇ ਸਿੱਖਾਂ ਦੇ ਪੀੜਤ ਹੋਣ ਦੇ ਬਾਵਜੂਦ ਵੀ ਕੈਨੇਡੀਅਨ ਗਵਰਨਮੈਂਟ ਕੁਝ ਨਹੀਂ ਕਰੇਗੀ, ਚੁੱਪਚਾਪ ਹੱਥ ਤੇ ਹੱਥ ਧਰ ਕੇ ਬੈਠੀ ਰਹੇ? ਸਵਾਲ ਕੈਨੇਡਾ ਦੇ ਸਿਸਟਮ ਤੋਂ ਹੈ, ਪ੍ਰਸ਼ਾਸਨ ਤੋਂ ਹੈ ਕਿ ਸਿਰਫ ਪੈਸੇ ਲੈਣੇ ਆਉਂਦੇ ਨੇ, ਸਿੱਖਾਂ ਤੋਂ ਲੇਬਰ ਕਰਵਾਉਣੀ ਆਉਂਦੀ ਹੈ, ਉਹਨਾਂ ਦੀ ਹਿਫਾਜ਼ਤ ਕਰਨੀ ਹੈ। ਸਵਾਲ ਸਿੱਧਾ ਜਿਹਾ ਹੈ ਕਿ ਕੈਨੇਡਾ ਦੀਆਂ ਸਰਕਾਰਾਂ ਨੂੰ ਸਾਡੀ ਲੋੜ ਸਿਰਫ ਟੈਕਸ ਭਰਨ ਤੇ ਵੋਟਾਂ ਪਾਉਣ ਤੱਕ ਹੈ। ਸਵਾਲ ਇਹ ਵੀ ਹੈ ਕਿ ਉਹ ਸਿੱਖ ਲੀਡਰ ਕਿੱਥੇ ਗਏ ਜਿਨ੍ਹਾਂ ਦੇ ਗਲੇ ਕੌਮ ਦੇ ਨਾਂ ਤੇ ਨਾਰੇ ਲਾਉਂਦੇ ਨਹੀਂ ਸੀ ਥੱਕਦੇ, ਕਿ ਅੱਜ ਉਹਨਾਂ ਦੀ ਜ਼ੁਬਾਨ ਨੂੰ ਸੱਤਾ ਦਾ ਜਿੰਦਰਾ ਲੱਗ ਗਿਆ ਹੈ। ਸਭ ਤੋਂ ਵੱਡਾ ਸਵਾਲ ਤੁਹਾਡੇ ਲਈ ਹੈ, ਜੇ ਅੱਜ ਅਸੀਂ ਆਪਣੀ ਪਛਾਣ ਲਈ ਨਾ ਬੋਲੇ ਤਾਂ ਕੱਲ ਨੂੰ ਸਾਡੇ ਬੱਚਿਆਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਅਸੀਂ ਕੀ ਜਵਾਬ ਦੇਵਾਂਗੇ?
ਪੈਸਾ ਤਾਂ ਬਹੁਤ ਜੋੜਿਆ, ਪਰ ਤੁਹਾਡੀ ਇੱਜ਼ਤ ਨਿਲਾਮ ਹੁੰਦੀ ਦੇਖਦੇ ਹੋ। ਅਜਿਹਾ ਆਖੋਗੇ, ਇਹ ਸਵਾਲ ਹੈ ਜਿਹੜਾ ਖੜਾ ਹੁੰਦਾ ਹੈ। ਆਖਰਕਾਰ ਇਸ ਸਭ ਲਈ ਜ਼ਿੰਮੇਵਾਰ ਹੈ। ਜ਼ਿੰਮੇਵਾਰ ਕੌਣ? ਕਿ ਕਿਤੇ ਨਾ ਕਿਤੇ ਅਸੀਂ ਸਿੱਖ ਲੋਕ ਹੀ ਜ਼ਿੰਮੇਵਾਰ, ਤੇ ਸਾਡੀ ਦੁਰਗਤੀ ਹੋ ਰਹੀ ਹੈ। ਸਿੱਖਾਂ ਦੇ ਨਾਲ, ਇੰਡੀਅਨਸ ਦੇ ਨਾਲ ਕੈਨੇਡਾ ਦੇ ਵਿੱਚ, US ਦੇ ਵਿੱਚ ਜਾਂ ਕਈ ਹੋਰ ਕੰਟਰੀਆਂ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਸੰਨਿਆ ਹਿੰਸਾ ਦੀਆਂ ਘਟਨਾਵਾਂ ਵੇਖਣ ਨੂੰ ਆਮ ਮਿਲਦੀਆਂ। ਉੱਥੇ ਫਿਰ ਭਾਈ ਤੁਸੀਂ ਇਕੱਠੇ ਹੋ ਕੇ ਕਿਉਂ ਨਹੀਂ ਬੋਲਦੇ? ਜੇ ਕੁਝ ਇਕੱਠੇ ਹੁੰਨੇ ਵੀ ਹੋ ਤਾਂ ਕੀ ਐਕਸ਼ਨ ਹੋਣ ਤੱਕ ਤੁਹਾਡਾ ਇਕੱਠਾ ਰਹਿਣਾ ਨਹੀਂ ਬਣਦਾ? ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਹੋਣਾ ਇਹ ਬਹੁਤ ਚਿੰਤਾਜਨਕ ਹੈ ਕਿ ਹੁਣ ਕੈਨੇਡਾ ਵੀ ਸਿੱਖਾਂ ਦੇ ਲਈ, ਇੰਡੀਅਨਸ ਦੇ ਲਈ ਸੇਫ ਪਲੇਸ ਨਹੀਂ ਹੈ। ਕਿ ਕੈਨੇਡਾ ਅਨਸੇਫ ਹੈ ਕਿਉਂਕਿ ਇੱਥੇ ਹੇਟ ਵੱਧ ਗਈ ਹੈ। ਸਿੱਖ ਵਿਅਕਤੀ ਕਿਸੇ ਵੀ ਪੋਜੀਸ਼ਨ ਤੇ ਕਿਉਂ ਨਾ ਹੋਵੇ, ਚਾਹੇ ਪੁਲਿਸ ਵਾਲਾ ਹੋਵੇ ਜਾਂ ਕਿਸੇ ਹੋਰ ਪੋਜੀਸ਼ਨ ਤੇ ਹੋਵੇ, ਉਸਨੂੰ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਹੀ ਪਿਆ। ਉਸਨੂੰ ਕਿਹਾ ਗਿਆ ਕਿ ਤੁਹਾਡਾ ਦੇਸ਼ ਨਹੀਂ ਹੈ, ਤੁਸੀਂ ਇੱਥੋਂ ਚਲੇ ਜਾਓ, ਤੁਸੀਂ ਵਾਪਸ ਚਲੇ ਜਾਓ। ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ। ਪਿਛਲੇ ਦਿਨੀ ਵੀ ਸ਼ਿੰਗਾਰਾ ਸਿੰਘ ਨਾਮ ਦੇ ਵਿਅਕਤੀ ਤੇ ਇਸੇ ਤਰ੍ਹਾਂ ਹਮਲਾ ਹੋਇਆ। ਉਸਨੂੰ ਧੱਕੇ ਦਿੱਤੇ ਗਏ, ਉਸਨੂੰ ਆਪਣੇ ਦੇਸ਼ ਤੋਂ ਬਾਹਰ ਜਾਣ ਦੇ ਲਈ ਆਖਿਆ ਗਿਆ। ਹਾਲਾਂਕਿ ਕੈਨੇਡੀਅਨ ਪੁਲਿਸ ਦੇ ਵੱਲੋਂ ਇਸ ਵਿਅਕਤੀ ਨੂੰ ਫੜ ਲਿਆ ਗਿਆ। ਪਰ ਹੁਣ ਚਰਚਾ ਜਿਹੜੀ ਅਸੀਂ ਅੱਜ ਆਰ ਪਾਰ ਦੀ ਕਰ ਰਹੇ ਹਾਂ, ਅੱਜ ਅਸੀਂ ਸਿਰਫ ਖਬਰ ਨਹੀਂ ਦੱਸ ਰਹੇ, ਅੱਜ ਅਸੀਂ ਤੁਹਾਨੂੰ ਤੁਹਾਡੀ ਜ਼ਮੀਰ ਤੋਂ ਸਵਾਲ ਪਾ ਰਹੇ ਹਾਂ, ਕਿਉਂਕਿ ਤੁਹਾਡਾ ਬੋਲਣਾ ਜ਼ਰੂਰੀ ਹੈ। ਇੱਕ ਅਜਿਹਾ ਮੰਚ ਹੈ ਜਿੱਥੇ ਤੁਸੀਂ ਬੋਲ ਸਕਦੇ ਹੋ। ਜੇਕਰ ਤੁਸੀਂ ਅੱਜ ਵੀ ਨਾ ਬੋਲੇ ਤਾਂ ਫਿਰ ਸ਼ਾਇਦ ਤੁਸੀਂ ਕਦੇ ਨਹੀਂ ਬੋਲੋਗੇ ਤੇ ਗੁਲਾਮੀ ਦੀਆਂ ਬੇੜੀਆਂ ਤੁਹਾਡੇ ਪੈਰਾਂ 'ਚ ਹਮੇਸ਼ਾ ਲਈ ਪੈ ਜਾਣਗੀਆਂ। ਤੁਸੀਂ ਪੈਸੇ ਤਾਂ ਕਮਾ ਲਓਗੇ ਪਰ ਤੁਹਾਡੀ ਜ਼ਮੀਰ ਮਰ ਜਾਏ। ਤੁਸੀਂ ਪੈਸੇ ਤਾਂ ਕਮਾ ਲਓਗੇ ਪਰ ਬੱਚਿਆਂ ਨੂੰ, ਆਪਣੇ ਬੱਚਿਆਂ ਨੂੰ ਵਿਰਾਸਤ ਵਿੱਚ ਕੀ ਦੇ ਕੇ ਜਾਓਗੇ? ਡਰ ਦੇ ਕੇ ਜਾਓਗੇ, ਬਿਨਾਂ ਪਛਾਣ ਤੋਂ ਜ਼ਿੰਦਗੀ ਦੇ ਕੇ ਜਾਓਗੇ, ਕਿਉਂਕਿ ਬੱਚੇ ਫਿਰ ਆਪਣੀ ਪਛਾਣ ਲੁਕੋ ਕੇ ਜਿਉਣਾ ਸ਼ੁਰੂ ਕਰ ਦੇਣਗੇ। ਉਹ ਦੱਸਣਗੇ ਹੀ ਨਹੀਂ ਕਿ ਅਸੀਂ ਸਿੱਖ ਹਾਂ। ਕਿ ਤੁਸੀਂ ਅਜਿਹਾ ਚਾਹੁੰਦੇ ਹੋ? ਸਾਡੀਆਂ ਜਿਹੜੀਆਂ ਸੰਸਥਾਵਾਂ ਨੇ, ਉੱਥੇ ਜਿਹੜੇ ਗੁਰੂ ਘਰ ਬਣੇ ਹੋਏ ਨੇ, ਉੱਥੇ ਚੋਣਾਂ ਕਮਾਉਣ ਵੇਲੇ ਤਾਂ ਇਕੱਠੇ ਹੋ ਜਾਂਦੇ ਨੇ। ਕਿ ਅਜਿਹੀਆਂ ਸਥਿਤੀਆਂ ਦੇ ਨਾਲ ਨਿਪਟਣ ਦੇ ਲਈ ਇਕੱਠਾ ਹੋਣਾ ਜ਼ਰੂਰੀ ਨਹੀਂ ਹੈ? ਉੱਥੇ ਵੀ ਇਕੱਠਾ ਹੋਣਾ ਬਹੁਤ ਜ਼ਰੂਰੀ ਹੈ। ਉਹ ਕੌਣ ਹੈ ਜੋ ਇਹਨਾਂ ਨੂੰ ਬੰਨ ਕੇ ਰੱਖ ਸਕਦਾ ਹੈ? ਅਸਲ ਦੀਆਂ ਹਿੰਸਾ ਦੀਆਂ ਘਟਨਾਵਾਂ ਦੇ ਪਿੱਛੇ ਕੌਣ ਹੈ? ਕੀ ਕੁਝ ਗਰੁੱਪ ਬਣੇ ਹੋਏ ਨੇ ਜੋ ਜਾਣ ਬੁੱਝ ਕੇ ਲੋਕਾਂ ਨੂੰ ਟਾਰਗੇਟ ਕਰਦੇ ਨੇ, ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ? ਸੌਫਟ ਟਾਰਗੇਟ ਵੇਖ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਕੀ ਅਜਿਹਾ ਹੈ? ਕਿਉਂ ਅਜਿਹੀਆਂ ਚੀਜ਼ਾਂ ਲਗਾਤਾਰ ਵੱਧ ਰਹੀਆਂ ਨੇ? ਅਜਿਹੀ ਸਾਜ਼ਿਸ਼ ਫਿਰ ਰਚ ਕੌਣ ਰਿਹਾ ਹੈ? ਕੀ ਕੈਨੇਡਾ ਦੇ ਵਿੱਚ ਕੋਈ ਅਜਿਹਾ ਟਾਰਗੇਟ ਗਰੁੱਪ ਹੈ ਜਿਨ੍ਹਾਂ ਦੇ ਵੱਲੋਂ ਜਾਣ ਬੁੱਝ ਕੇ ਅਜਿਹਾ ਕਿਸੇ ਇੱਕ ਵਰਗ ਦੇ ਲਈ ਕੀਤਾ ਜਾ ਰਿਹਾ ਹੈ? ਫਿਰ ਬਾਕੀ ਸਿੱਖ ਉੱਥੇ ਕੀ ਕਰਦੇ? ਜਦੋਂ ਇੱਕ ਸਿੱਖ ਦੇ ਨਾਲ ਅਜਿਹੀ ਘਟਨਾ ਹੁੰਦੀ ਹੈ ਤਦ ਪਤਾ ਚੱਲਦਾ ਜਦੋਂ ਉਸਦੀ ਵੀਡੀਓ ਵਾਇਰਲ ਹੋ ਜਾਂਦੀ ਹੈ। ਤੇ ਬਾਕੀ ਸਿੱਖ ਜਿਹੜੇ ਉੱਥੇ ਰਹਿੰਦੇ ਨੇ ਉਹ ਕੀ ਕਰਦੇ ਨੇ? ਕੀ ਸਿਰਫ ਤਮਾਸ਼ਾ ਵੇਖ ਰਹੇ ਨੇ? ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਸਭ ਨੂੰ ਰੋਕਿਆ ਜਾਵੇ? ਕਿਉਂ ਉੱਥੇ ਲੋਕਾਂ ਦੇ ਵਿੱਚ ਯੂਨਿਟੀ ਹੀ ਖਤਮ ਹੋ ਗਈ ਹੈ? ਜੇਕਰ ਭਾਈ ਤੁਹਾਡੇ 'ਚ ਯੂਨਿਟੀ ਨਹੀਂ ਤਾਂ ਫਿਰ ਤੁਹਾਡੇ ਨਾਲ ਕੋਈ ਵੀ ਨਹੀਂ ਖੜੇਗਾ। ਇਹ ਤੁਹਾਨੂੰ ਪਹਿਲਾਂ ਯੂਨਿਟੀ ਕਰਨੀ ਹੀ ਪਏਗੀ, ਏਕਤਾ ਵਿਖਾਉਣੀ ਹੀ ਪਏਗੀ। ਫਿਰ ਹੀ ਤੁਸੀਂ ਬਾਹਰਲਿਆਂ ਨਾਲ ਲੜ ਸਕੋਗੇ। ਜੇਕਰ ਤੁਸੀਂ ਅੰਦਰੋਂ ਮਜ਼ਬੂਤ ਹੋ, ਜੇਕਰ ਤੁਸੀਂ ਅੰਦਰੋਂ ਹੀ ਮਜ਼ਬੂਤ ਨਹੀਂ ਤਾਂ ਫਿਰ ਤੁਸੀਂ ਕਿੱਦਾਂ ਲੜ ਸਕਦੇ? ਬਹੁਤ ਸੰਜੀਦਾ ਜਿਹਾ ਸਵਾਲ ਹੈ ਅੱਜ ਦਾ। ਬਹੁਤ ਲੋਕ ਡਰਦੇ ਸਾਏ ਹੇਠ ਸਿੱਖਾਂ ਨੂੰ ਸਪੈਸ਼ਲੀ ਟਾਰਗੇਟ ਕੀਤਾ ਜਾ ਰਿਹਾ। ਟਾਰਗੇਟ ਉਹਨਾਂ ਦੇ ਕੰਕਾਰਾਂ ਕਰਕੇ ਕੀਤਾ ਜਾ ਰਿਹਾ, ਉਹਨਾਂ ਦੀ ਦਸਤਾਰ ਕਰਕੇ ਕੀਤਾ ਜਾ ਰਿਹਾ, ਉਹਨਾਂ ਦੀ ਦਿੱਖ ਦੇ ਕਰਕੇ ਕੀਤਾ। ਕੀ ਹੁਣ ਸਿੱਖ ਆਪਣੀ ਦਸਤਾਰ ਲੁਹਾ ਦੇਣ? ਕੀ ਦਸਤਾਰ ਨਾ ਬਣਨ ਜੋ ਉਹਨਾਂ ਦੀ ਪਛਾਣ ਹੈ? ਅਜਿਹਾ ਕੀ ਹੈ ਜੋ ਇਹਨਾਂ ਲੋਕਾਂ ਨੂੰ ਸਿੱਖਾਂ ਖਿਲਾਫ ਨਫ਼ਰਤੀ ਅਪਰਾਧ ਕਰਨ ਦੇ ਲਈ ਉਕਸਾਉਂਦਾ ਹੈ? ਇਹ ਲੋਕ ਕੌਣ ਨੇ ਜਿਹੜੇ ਨਫ਼ਰਤੀ ਅਪਰਾਧਾਂ ਨੂੰ ਵਧਾਵਾ ਦੇ ਰਹੇ ਨੇ? ਕੀ ਇਹਨਾਂ ਲੋਕਾਂ ਦਾ ਕੰਟਰੋਲ ਕਿਸ ਦੇ ਹੱਥ ਦੇ ਵਿੱਚ ਹੈ? ਕੌਣ ਲੋਕ ਨੇ ਜਿਹੜੇ ਨਫ਼ਰਤੀ ਅਪਰਾਧਾਂ ਨੂੰ ਵਧਾਵਾ ਦੇਣ ਵਾਲੇ ਲੋਕਾਂ ਨੂੰ ਕੰਟਰੋਲ ਕਰ ਰਹੇ ਨੇ? ਕਿ ਸਿੱਖਾਂ ਦੇ ਲਈ ਕਦੇ ਵੀ ਕੈਨੇਡਾ ਹੁਣ ਸੇਫ ਨਹੀਂ ਹੋਏਗਾ? ਕਿਉਂਕਿ ਪਹਿਲਾਂ ਆਖਿਆ ਜਾਂਦਾ ਸੀ ਕਿ ਕੈਨੇਡਾ ਇੱਕ ਸੇਫੈਸਟ ਕੰਟਰੀ ਹੈ ਸਿੱਖਾਂ ਦੇ ਲਈ। ਕੀ ਵਾਕਿਆ ਹੀ ਕੈਨੇਡਾ ਹੁਣ ਸੇਫੈਸਟ ਜ਼ੋਨ ਸਿੱਖਾਂ ਦੇ ਲਈ ਨਹੀਂ ਰਹਿ ਗਿਆ ਹੈ? ਕੀ ਕੈਨੇਡਾ ਦੀ ਸਰਕਾਰ ਸਿੱਖਾਂ ਲਈ ਕੁਝ ਨਹੀਂ ਕਰਦੀ? ਕਿ ਕੈਨੇਡਾ ਦੀ ਸਰਕਾਰ ਨੂੰ ਸਿਰਫ ਪੈਸੇ ਲੈਣੇ ਆਉਂਦੇ ਨੇ, ਉਹਨਾਂ ਤੋਂ ਕੰਮ ਕਰਵਾਉਣਾ ਆਉਂਦਾ? ਕੀ ਉਹਨਾਂ ਦੀ ਹਿਫਾਜ਼ਤ ਦੀ ਜ਼ਿੰਮੇਵਾਰੀ ਨਹੀਂ ਹੈ? ਲੱਖਾਂ ਰੁਪਏ ਦੇਣ ਦੇ ਬਾਵਜੂਦ ਕੈਨੇਡਾ 'ਚ ਸਿੱਖ ਸੜਕਾਂ ਤੇ ਰੁਲਣ ਨੂੰ ਮਜਬੂਰ ਨੇ, ਧੱਕੇ ਖਾਣ ਨੂੰ। ਕਿ ਉਹਨਾਂ ਨੂੰ ਤੁਸੀਂ ਧੱਕੇ ਮਾਰੋ ਭਾਈ, ਉਹ ਧੱਕੇ ਖਾ ਰਹੇ ਨੇ। ਕਿਸੇ ਨੂੰ ਸੱਟ ਲੱਗ ਜਾਂਦੀ ਹੈ, ਕਿਸੇ ਦੀ ਜਾਨ ਵੀ ਜਾ ਸਕਦੀ ਹੈ ਕਿਸੇ ਕੋਲ। ਕੀ ਅਜਿਹਾ ਕਰਨ ਵਾਲਿਆਂ ਨੂੰ ਕੋਈ ਜਿਹੜਾ ਹੈ ਉਹ ਉਕਸਾ ਰਿਹਾ ਹੈ?
ਜੇਕਰ ਕੋਈ ਉਕਸਾ ਰਿਹਾ ਹੈ ਤਾਂ ਉਹ ਕੌਣ ਹੈ? ਕੀ ਵਾਕਿਆ ਹੀ ਅਜਿਹਾ ਕਰਨ ਵਾਲਿਆਂ ਨੂੰ ਜਿਹੜਾ ਹੈ ਰੋਕਿਆ ਨਹੀਂ ਜਾ ਸਕਦਾ? ਕਿ ਕੈਨੇਡੀਅਨ ਗਵਰਨਮੈਂਟ ਅਜਿਹਾ ਕਰਨ ਦੇ ਵਿੱਚ ਨਾਕਾਮ ਸਾਬਤ ਹੋਈ ਹੈ? ਕਿ ਕੈਨੇਡੀਅਨ ਸਰਕਾਰ ਫੇਲ ਹੈ ਸਭ ਦੇ ਵਿੱਚ? ਕਿਉਂਕਿ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਕੁਝ ਪਰਸੈਂਟ ਤਾਂ ਉਦੋਂ ਸਿੱਖ ਚੇਤੇ ਆ ਜਾਂਦੇ, ਜਦੋਂ ਹਿਫਾਜ਼ਤ ਕਰਨੀ ਹੁੰਦੀ ਹੈ ਤਾਂ ਕੀ ਉਦੋਂ ਸਿੱਖ ਚੇਤੇ ਨਹੀਂ ਹੁੰਦੇ? ਕੀ ਕੋਈ ਸਖਤ ਕਾਨੂੰਨ ਨਹੀਂ ਹੋਣਾ ਚਾਹੀਦਾ ਰੇਸਿਜ਼ਮ ਦੇ ਖਿਲਾਫ ਕੈਨੇਡਾ ਦੇ ਵਿੱਚ, ਬਾਕੀ ਕੰਟਰੀਜ਼ ਦੇ ਵਿੱਚ ਵੀ? ਅਸੀਂ ਕੁਝ ਦਿਨ ਪਹਿਲਾਂ ਯੂਐਸਏ ਦੀ ਗੱਲ ਕਰ ਰਹੇ ਸੀ, ਉੱਥੇ ਵੀ ਇਸੇ ਤਰ੍ਹਾਂ ਦੇ ਨਾਲ ਹੋਇਆ। ਉੱਥੇ ਵੀ ਰੇਸਿਜ਼ਮ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਹੋਇਆ ਹੈ। ਇਹੀ ਵਾਧਾ ਅਸੀਂ ਕੈਨੇਡਾ ਦੇ ਵਿੱਚ ਵੀ ਵੇਖ ਰਹੇ ਹਾਂ। ਕਦੇ ਸ਼ੂਟਿੰਗ ਕੀਤੀ ਜਾਂਦੀ ਹੈ, ਕਦੇ ਧੱਕੇ ਮਾਰੇ ਜਾਂਦੇ ਨੇ, ਕਦੇ ਗਾਲਾਂ ਕੱਢੀਆਂ ਜਾਂਦੀਆਂ ਨੇ, ਕਦੇ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੀ ਕੰਟਰੀ ਵਾਪਸ ਚਲੇ ਜਾਓ। ਕਿਉਂ ਭਾਈ? ਉਹ ਫ੍ਰੀ ਤੇ ਨਹੀਂ ਆਈ, ਉਹ ਪੈਸੇ ਦੇ ਕੇ ਰਹਿ ਰਹੇ ਨੇ, ਇੱਥੇ ਕੰਮ ਕਰ ਰਹੇ ਨੇ। ਜੇਕਰ ਕੋਈ ਪੇ ਕਰਕੇ ਆਇਆ ਤਾਂ ਕਿਉਂ ਜਾਏਗਾ? ਉਸਨੂੰ ਉਸਦੇ ਪੈਸੇ ਵਾਪਸ ਦਿਓ। ਕਿ ਕੈਨੇਡਾ ਸਿਰਫ ਗੋਰਿਆਂ ਦਾ ਹੀ ਦੇਸ਼ ਰਹਿ ਗਿਆ ਹੈ? ਮਲਟੀਕਲਚਰਿਜ਼ਮ ਦੀਆਂ ਜੋ ਗੱਲਾਂ ਕੈਨੇਡਾ ਕਰਦਾ ਹੈ ਇਹ ਸਿਰਫ ਉਹ ਕਿਤਾਬਾਂ ਦਾ ਹਿੱਸਾ ਨਹੀਂ। ਮਲਟੀਕਲਚਰਿਜ਼ਮ ਕੈਨੇਡਾ ਦੇ ਵਿੱਚ ਹੈ ਹੀ ਨਹੀਂ ਹੈ। ਐਸੇ ਨਾਮ ਤੇ ਸਿਰਫ ਵੋਟਾਂ ਲੈਣੀਆਂ ਹੁੰਦੀਆਂ ਨੇ ਲੀਡਰਾਂ ਨੂੰ। ਸਵਾਲ ਸਾਡੇ ਲੀਡਰਾਂ ਨੂੰ ਵੀ ਹੈ ਜਿਹੜੇ ਕੈਨੇਡਾ ਦੇ ਵਿੱਚ ਪੋਲਿਟਿਕਸ ਦੇ ਵਿੱਚ, ਕਿ ਉਹ ਆਪਣੇ ਲੋਕਾਂ ਲਈ ਕੁਝ ਕਰਦੇ ਨੇ ਜਾਂ ਸਿਰਫ ਕੁਰਸੀਆਂ ਤੇ ਬੈਠਣ ਤੱਕ ਹੀ ਸੀਮਤ, ਜਾਂ ਸਿਰਫ ਵੋਟਾਂ ਲੈਣ ਤੱਕ ਹੀ ਸੀਮਤ? ਆਪਣੇ ਲਈ ਵੀ ਕੁਝ ਕਰੋ। ਹੁਣ ਵੇਲਾ ਹੈ ਤੁਹਾਨੂੰ ਆਵਾਜ਼ ਚੁੱਕਣੀ ਪਏਗੀ। ਸੰਸਦ ਵਿੱਚ ਇਹ ਆਵਾਜ਼ ਚੁੱਕੋ, ਇੱਕ ਸਖਤ ਕਾਨੂੰਨ ਬਣਾਉਣ ਦੀ ਮੰਗ ਕਰੋ ਤਾਂ ਜੋ ਸਿੱਖਾਂ ਤੇ ਹੋ ਰਹੇ ਹਮਲਿਆਂ ਨੂੰ ਰੋਕਿਆ ਜਾ ਸਕੇ, ਨਸਲੀ ਅਪਰਾਧਾਂ ਨੂੰ ਰੋਕਿਆ ਜਾ ਸਕੇ। ਉਹ ਨਸਲੀ ਅਪਰਾਧ ਜਿਨ੍ਹਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਇਹਨਾਂ ਨਸਲੀ ਅਪਰਾਧਾਂ ਨੂੰ ਰੋਕਣ ਦੇ ਲਈ ਮੰਗ ਕਰਨਾ ਤੁਹਾਡੀ ਜ਼ਿੰਮੇਵਾਰੀ ਨਹੀਂ। ਤੁਸੀਂ ਵੀ ਸਵਾਲ ਕਰ ਸਕਦੇ, ਤੁਸੀਂ ਵੀ ਟਿੱਪਣੀ ਕਰ ਸਕਦੇ ਹੋ ਅੱਜ ਦੇ ਪ੍ਰੋਗਰਾਮ ਤੇ ਕਿ ਕੀ ਹੋਇਆ ਔਰ ਕਿਉਂ ਹੋ ਰਿਹਾ ਹੈ। ਕੈਨੇਡਾ ਦੇ ਵਿੱਚ ਹੇਠ ਸਿੱਖ ਟਾਰਗੇਟ, ਲਗਾਤਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਵਾਰਦਾਤਾਂ ਦੀਆਂ ਖਬਰਾਂ ਸਾਡੇ ਕੋਲ, ਕਦੇ ਯੂਐਸ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਆ ਗਈਆਂ, ਕਦੇ ਆਸਟ੍ਰੇਲੀਆ ਤੋਂ ਆ ਗਈਆਂ, ਕਦੇ ਨਿਊਜ਼ੀਲੈਂਡ ਤੋਂ ਆ ਗਈਆਂ, ਕਦੇ ਕੈਨੇਡਾ ਤੋਂ। ਪਰ ਹੁਣ ਜ਼ਰੂਰੀ ਹੈ ਕਿ ਸਭ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਏ। ਫਿਲਹਾਲ ਇੱਕ ਬ੍ਰੇਕ ਤੇ ਰੁਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਲਗਾਤਾਰ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ ਜੀ। ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ। ਸਾਡੇ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ, ਇਹਨਾਂ ਨੰਬਰਸ ਤੇ ਕਾਲ ਕਰੋ, ਸਾਡੇ ਨਾਲ ਜੁੜੋ। ਸਾਡਾ ਪ੍ਰੋਗਰਾਮ ਇਸ ਵੇਲੇ ਲਾਈਵ ਹੈ। ਲਾਈਵ ਫੋਨ ਕਾਲ ਦੇ ਜ਼ਰੀਏ ਤੁਸੀਂ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸਾਡਾ ਸਿੱਧਾ ਜਿਹਾ ਸਵਾਲ ਹੈ ਕਿ ਕੈਨੇਡਾ ਦੇ ਵਿੱਚ ਕਦੇ ਤੁਸੀਂ ਵੀ ਨਸਲੀ ਵਿਤਕਰੇ ਦਾ ਸ਼ਿਕਾਰ ਹੋਏ ਹੋ, ਨਸਲੀ ਹਿੰਸਾ ਦਾ ਸ਼ਿਕਾਰ ਹੋਏ ਹੋ? ਕੀ ਤੁਹਾਡੇ ਕੋਈ ਪਰਿਵਾਰਕ ਮੈਂਬਰ ਇਸ ਤਰ੍ਹਾਂ ਦੀਆਂ ਜਿਹੜਾ ਗਤੀਵਿਧੀਆਂ ਦਾ, ਇਸ ਤਰ੍ਹਾਂ ਦੇ ਅਪਰਾਧਾਂ ਦਾ ਸ਼ਿਕਾਰ ਹੋਇਆ ਹੈ? ਕੀ ਤੁਹਾਡੇ ਆਸ ਪੜੋਸ ਚੋਂ, ਆਂਢ ਗੁਆਂਢ ਚੋਂ ਕੋਈ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਸ਼ਿਕਾਰ ਹੋਇਆ ਹੈ? ਤੁਸੀਂ ਆਪਣੀ ਹੱਡ ਬੀਤੀ ਸਾਂਝੀ ਕਰ ਸਕਦੇ ਹੋ, ਕਿਉਂਕਿ ਤੁਹਾਡੀ ਆਵਾਜ਼ ਕਿਸੇ ਹੋਰ ਦਾ ਹੌਸਲਾ ਬਣ ਸਕਦੀ ਹੈ। ਜੇਕਰ ਤੁਸੀਂ ਦੱਸੋਗੇ ਤਾਂ ਕੁਝ ਹੋਰ ਲੋਕ ਵੀ ਦੱਸਣਗੇ ਕਿ ਉਹਨਾਂ ਦੇ ਨਾਲ ਕੀ ਕੁਝ ਹੋਇਆ ਹੈ। ਜੇਕਰ ਤੁਸੀਂ ਅੱਜ ਵੀ ਚੁੱਪ ਰਹੇ ਤਾਂ ਫਿਰ ਕੋਈ ਫਾਇਦਾ ਨਹੀਂ ਬੋਲਣ ਦਾ। ਇਸ ਲਈ ਫੋਨ ਚੁੱਕੋ ਤੇ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕਰੋ। ਕਿ ਤੁਸੀਂ ਅੱਜ ਕੈਨੇਡਾ ਦੀਆਂ ਸੜਕਾਂ ਤੇ ਦਸਤਾਰ ਸਜਾ ਕੇ ਨਿਕਲਣ ਵੇਲੇ ਖੁਦ ਨੂੰ ਮਹਿਸੂਸ ਕਰਦੇ ਹੋ? ਜੇ ਹਾਂ ਜਾਂ ਨਾ ਦੇ ਵਿੱਚ ਜਵਾਬ ਜ਼ਰੂਰ ਦਿਓ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਕੈਨੇਡਾ ਦੀਆਂ ਸੜਕਾਂ ਤੇ ਜਦੋਂ ਤੁਸੀਂ ਦਸਤਾਰ ਸਜਾ ਕੇ ਨਿਕਲਦੇ ਹੋ ਤਾਂ ਤੁਸੀਂ ਮਹਿਫੂਜ਼ ਹੋ, ਤੁਹਾਨੂੰ ਉਸ ਨਜ਼ਰ ਦੇ ਨਾਲ ਨਹੀਂ ਵੇਖਿਆ ਜਾਂਦਾ, ਤੁਸੀਂ ਕਦੇ ਨਸਲੀ ਅਪਰਾਧ ਦਾ ਸ਼ਿਕਾਰ ਨਹੀਂ ਹੋਏ। ਤੁਹਾਡੇ ਇਲਾਕੇ ਦਾ ਐਮਪੀ ਜਾਂ ਐਮਐਲਏ ਕੌਣ ਹੈ ਕਿ ਇਸ ਘਟਨਾ ਤੋਂ ਬਾਅਦ ਤੁਹਾਡਾ ਹਾਲ ਚਾਲ ਪੁੱਛਣ ਲਈ ਕਦੇ ਆਇਆ? ਜੇਕਰ ਨਹੀਂ ਤਾਂ ਅਗਲੀ ਵਾਰ ਉਸਨੂੰ ਵੋਟ ਪਾਉਣ ਵੇਲੇ ਕੀ ਤੁਸੀਂ ਕੀ ਸੋਚੋ ਕਿ ਉਸਨੂੰ ਕੀ ਸੋਚ ਕੇ ਵੋਟ ਹੈ ਜਿਹੜੀ ਪਾਉਣੀ ਹੈ? ਜੇ ਤੁਹਾਡੇ ਸਾਹਮਣੇ ਕਿਸੇ ਬਜ਼ੁਰਗ ਦੀ ਬੇਇੱਜ਼ਤੀ ਹੋ ਰਹੀ ਹੈ, ਤੁਸੀਂ ਕੀ ਕਹੋਗੇ? ਵੀਡੀਓ ਬਣਾਓਗੇ ਜਾਂ ਉਸਦੀ ਢਾਲ ਬਣ ਕੇ ਖੜੋਗੇ? ਆਪਣੀ ਜ਼ਮੀਰ ਨੂੰ ਪੁੱਛ ਕੇ ਜਵਾਬ ਦਿਓ। ਇਹ ਸਵਾਲ ਤੁਹਾਡੀ ਜ਼ਮੀਰ ਤੇ ਹੈ ਕਿ ਤੁਸੀਂ ਉੱਥੇ ਖੜ ਕੇ ਵੀਡੀਓ ਬਣਾਉਂਦੇ ਰਹੋਗੇ ਜਾਂ ਉਸ ਬਜ਼ੁਰਗ ਦੀ, ਜਾਂ ਉਸ ਪੰਜਾਬੀ ਦੀ, ਉਸ ਸਿੱਖ ਦੀ ਤੁਸੀਂ ਢਾਲ ਬਣ ਜਾਓਗੇ, ਉਸ ਇੰਡੀਅਨ ਦੀ ਤੁਸੀਂ ਢਾਲ ਬਣੋਗੇ, ਜਾਂ ਸਿਰਫ ਤਮਾਸ਼ਬੀਨ ਬਣ ਕੇ ਵੀਡੀਓ ਹੀ ਬਣਾਓਗੇ? ਇਹ ਸਵਾਲ ਤੁਹਾਡੇ ਤੋਂ ਹੈ। ਕੁਝ ਲੋਕ ਕਹਿੰਦੇ ਨੇ ਕਿ ਜੇਕਰ ਉੱਥੇ ਇੱਜ਼ਤ ਨਹੀਂ ਤਾਂ ਘਰ ਵਾਪਸ ਆ ਜਾਓ। ਪਰ ਕੀ ਭੱਜਣਾ ਹੱਲ ਹੈ ਜਾਂ ਸਾਨੂੰ ਉੱਥੇ ਰਹਿ ਕੇ ਆਪਣੇ ਹੱਕਾਂ ਲਈ ਲੜਨਾ ਚਾਹੀਦਾ ਹੈ? ਸਵਾਲ ਬਹੁਤ ਵੱਡਾ ਹੈ ਕਿ ਤੁਸੀਂ ਭੱਜੋਗੇ ਜਾਂ ਫਿਰ ਉੱਥੇ ਰਹਿ ਕੇ ਆਪਣੇ ਹੱਕਾਂ ਦੇ ਲਈ ਲੜੋਗੇ। ਜੇ ਤੁਹਾਡੇ ਬੱਚੇ ਕੈਨੇਡਾ ਦੇ ਸਕੂਲਾਂ ਕਾਲਜਾਂ 'ਚ ਪੜ੍ਹ ਰਹੇ ਨੇ, ਕੀ ਤੁਹਾਨੂੰ ਡਰ ਲੱਗਦਾ ਹੈ ਕਿ ਨਫ਼ਰਤ ਉਹਨਾਂ ਦੇ ਕੋਮਲ ਮਨਾਂ ਤੇ ਅਸਰ ਪਾਵੇਗੀ? ਮਾਪੇ ਹੋਣ ਦੇ ਨਾਤੇ ਤੁਸੀਂ ਆਪਣੀ ਰਾਏ ਸਾਨੂੰ ਜ਼ਰੂਰ ਦਿਓ ਕਿ ਬੱਚਿਆਂ ਦੇ ਕੋਮਲ ਮਨਾਂ ਤੇ ਕੀ ਅਸਰ ਇਸ ਸਭ ਦਾ ਪੈ ਸਕਦਾ ਹੈ। ਕੀ ਨਸਲਵਾਦ ਦੇ ਡਰੋ ਪਛਾਣ ਨੂੰ ਬਦਲ ਲੈਣਾ ਹੱਲ ਹੈ?
ਕੀ ਆਪਣੀ ਪਛਾਣ ਹੀ ਬਦਲ ਲਈ ਜਾਏਗੀ? ਕੀ ਇਹ ਹੱਲ ਹੈ? ਸਾਨੂੰ ਆਪਣੀ ਪਛਾਣ ਨੂੰ ਹੋਰ ਜ਼ਿਆਦਾ ਮਾਣ ਕਰਨਾ ਚਾਹੀਦਾ ਹੈ, ਜਾਂ ਪਛਾਣ ਹੈ ਜਿਹੜੀ ਬਦਲ ਦੇਣੀ ਚਾਹੀਦੀ ਹੈ, ਦਸਤਾਰ ਸਿਉਣੀ ਬੰਦ ਕਰ ਦੇਣੀ ਚਾਹੀਦੀ ਹੈ? ਸਵਾਲ ਇਹ ਹੈ ਕਿ ਤੁਸੀਂ ਕੀ ਕਰੋਗੇ? ਤੁਸੀਂ ਆਪਣੀ ਪਛਾਣ ਬਦਲ ਦਿਓਗੇ ਜਾਂ ਫਿਰ ਸਿੱਧਾ ਤਣਕੇ ਖੜੇ ਹੋ ਜਾਓਗੇ ਆਪਣੀ ਪਛਾਣ ਦੇ ਲਈ? ਹੁਣ ਜੇ ਕੈਨੇਡਾ ਦਾ ਪ੍ਰਧਾਨ ਮੰਤਰੀ ਤੁਹਾਡੇ ਸਾਹਮਣੇ ਹੋਏ ਤਾਂ ਤੁਸੀਂ ਉਸਨੂੰ ਸੁਰੱਖਿਆ ਬਾਰੇ ਕਿਹੜੀ ਇੱਕ ਸਲਾਹ ਦਿਓਗੇ? ਕਿ ਸਿੱਖਾਂ ਦੀ ਸੁਰੱਖਿਆ ਦੇ ਲਈ ਇਹ ਇੱਕ ਸਲਾਹ ਬਹੁਤ ਜ਼ਰੂਰੀ ਹੈ ਕਿ ਸਾਡੇ ਗੁਰਦੁਆਰਾ ਸਾਹਿਬਾਨ ਦੇ ਸਿੱਖ ਜਥੇਬੰਦੀਆਂ ਨੂੰ ਸਿਰਫ ਲੰਗਰਾਂ ਤੱਕ ਸੀਮਤ ਰਹਿਣਾ ਚਾਹੀਦਾ ਹੈ? ਕਿ ਹੁਣ ਸਮਾਂ ਨਹੀਂ ਆ ਗਿਆ ਕਿ ਨਸਲਵਾਦ ਵਿਰੁੱਧ ਇੱਕ ਵੱਡੀ ਸਿਆਸੀ ਲਹਿਰ ਖੜੀ ਕੀਤੀ ਜਾ ਸਕੇ? ਉਸ ਦਾ ਸਮਾਂ ਆ ਗਿਆ ਹੈ। ਅਸੀਂ ਧੜਿਆਂ ਦੇ ਵਿੱਚ ਵੰਡੇ ਹੋਏ ਹਾਂ, ਪਰ ਕੀ ਨਫ਼ਰਤ ਸਾਨੂੰ ਇੱਕ ਕਰਨ ਦੇ ਲਈ ਕਾਫੀ ਨਹੀਂ? ਤੁਸੀਂ ਇਕਜੁੱਟ ਹੋਣ ਲਈ ਕੁਰਬਾਨੀ ਦੇਣ ਨੂੰ ਤਿਆਰ ਹੋ? ਸਾਡੇ ਸਵਾਲ ਨੇ ਕਈ ਸਾਰੇ ਜਿਨ੍ਹਾਂ ਦੇ ਅਸੀਂ ਅੱਜ ਜਵਾਬ ਚਾਹੁੰਦੇ ਹਾਂ, ਤੇ ਇਸੇ ਤੇ ਅਸੀਂ ਅੱਜ ਲਗਾਤਾਰ ਡਿਸਕਸ਼ਨ ਕਰ ਰਹੇ ਹਾਂ। ਇਹ ਪ੍ਰੋਗਰਾਮ ਅਸੀਂ ਇਸ ਲਈ ਲੈ ਕੇ ਆਏ ਹਾਂ ਤਾਂ ਜੋ ਤੁਹਾਡੇ ਤੱਕ, ਹਰ ਘਰ ਤੱਕ ਇਹ ਗੱਲ ਪਹੁੰਚਦੀ ਹੋ ਸਕੇ ਕਿ ਆਸਟ੍ਰੇਲੀਆ, USA ਤੋਂ ਬਾਅਦ ਕੈਨੇਡਾ ਦੇ ਵਿੱਚ ਵੀ ਨਫ਼ਰਤੀ ਅਪਰਾਧਾਂ ਦੀ ਗਿਣਤੀ ਦੇ ਵਿੱਚ ਖਾਸਾ ਇਜ਼ਾਫਾ ਹੋਇਆ ਹੈ। ਇੱਥੇ ਵੀ ਸਿੱਖਾਂ ਦੇ ਨਾਲ ਨਸਲੀ ਅਪਰਾਧ ਨੇ ਜਿਹੜੇ ਕੀਤੇ ਜਾ ਰਹੇ ਨੇ। ਕੁਝ ਨੂੰ ਨਫ਼ਰਤੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਤੇ ਕੁਝ ਨੂੰ ਹਿੰਸਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸਵਾਲ ਸਿੱਧਾ ਜਿਹਾ ਹੈ ਕਿ ਜਿਹਾ ਕਿਉਂ? ਕੀ ਉੱਥੇ ਪੈਸੇ ਭਰ ਕੇ ਜਾਣ ਨੂੰ ਹੀ ਨਹੀਂ ਸਿੱਖ? ਕੀ ਸਰਕਾਰ ਸਿਰਫ ਉਹਨਾਂ ਦੀਆਂ ਵੋਟਾਂ ਲੈਣ ਤੱਕ, ਟੈਕਸ ਭਰਵਾਉਣ ਤੱਕ ਮਤਲਬ ਰੱਖਦੀ ਹੈ? ਕੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ ਕਿ ਸਿੱਖਾਂ ਨੂੰ ਉੱਥੇ ਸਿਕਿਉਰ ਕੀਤਾ ਜਾਵੇ, ਉਹਨਾਂ ਦੀ ਹਿਫਾਜ਼ਤ ਮਜ਼ਬੂਤ ਕੀਤੀ ਜਾਵੇ? ਕੀ ਕੋਈ ਅਜਿਹੀ ਘਟਨਾ ਹੋਈ ਜਿੱਥੇ ਨਸਲੀ ਹਿੰਸਾ ਹੋਈ ਹੋਵੇ ਅਤੇ ਹਿੰਸਾ ਕਰਨ ਵਾਲੇ ਵਿਅਕਤੀ ਨੂੰ ਸਜ਼ਾ ਵੀ ਹੋਈ ਹੋਵੇ ਕੈਨੇਡਾ ਦੇ ਵਿੱਚ? ਜੇਕਰ ਤੁਹਾਡੇ ਆਸ-ਪਾਸ ਕੋਈ ਇਸ ਤਰ੍ਹਾਂ ਦੀ ਘਟਨਾ ਹੋਈ ਹੈ, ਕੋਈ ਹੱਡਬੀਤੀ ਹੈ, ਤਾਂ ਤੁਸੀਂ ਸੁਣਾਇਓ। ਕਿਉਂਕਿ ਜੇਕਰ ਸਜ਼ਾ ਵੀ ਹੋਈ ਹੈ ਤਾਂ ਇਹ ਵੀ ਇੱਕ ਵੱਖਰਾ ਪਹਿਲੂ ਹੈ। ਇਹ ਜ਼ਰੂਰੀ ਹੋ ਜਾਂਦਾ ਦੱਸਣਾ ਕਿ ਕਿਸੇ ਨੂੰ ਸਜ਼ਾ ਵੀ ਹੋਈ ਹੈ ਜਿਸਨੇ ਨਸਲੀ ਅਪਰਾਧ ਕੀਤਾ ਹੈ, ਜਾਂ ਫਿਰ ਸਰਕਾਰਾਂ ਆਪਣੇ ਵਿਅਕਤੀਆਂ ਨੂੰ ਏਦਾਂ ਹੀ ਜਾਣ ਦਿੰਦੀਆਂ ਨੇ ਜਿਹੇ ਕੇਸਾਂ ਨੂੰ ਲਾਈਟਲੀ ਲੈਂਦੀਆਂ ਨੇ, ਫੋਰ ਗ੍ਰਾਂਟਡ ਲੈ ਲੈਂਦੀਆਂ ਨੇ। ਇਹ ਕੇਸ ਫੋਰ ਗ੍ਰਾਂਟਡ ਹੋਣੇ ਚਾਹੀਦੇ ਨੇ ਕਿ ਇਹਨਾਂ ਕੇਸਾਂ ਦੀ ਪੈਰਵਾਈ ਕਰਨ ਵਾਲਾ ਕੋਈ ਨਹੀਂ ਹੈ? ਇਹ ਇਹਨਾਂ ਅਜਿਹੇ ਜੋ ਮਸਲੇ ਨੇ ਉਹਨਾਂ ਤੇ ਨਾ ਬੋਲਣਾ ਹੀ ਹੱਲ ਹੈ? ਕੀ ਕਦੇ ਬੋਲਣਾ ਵੀ ਇਹਨਾਂ ਚੀਜ਼ਾਂ ਦਾ ਹੱਲ ਹੋਏਗਾ, ਜਾਂ ਸਿਰਫ ਤੁਸੀਂ ਨਾ ਬੋਲ ਕੇ ਹੀ ਆਪਣੀ ਜ਼ਮੀਰ ਮਾਰ, ਜਾਂ ਫਿਰ ਵਤਨ ਵਾਪਸੀ ਕਰੋਗੇ? ਵਤਨ ਵਾਪਸੀ ਕਰਕੇ ਕੀ ਕਰੋਗੇ? ਪੈਸੇ ਤਾਂ ਤੁਸੀਂ ਪਹਿਲਾਂ ਹੀ ਆਪਣੇ ਗਵਾ ਚੁੱਕੇ। ਕੀ ਸਿੱਖਾਂ ਨੂੰ ਹੁਣ ਇਕੱਠੇ ਹੋਣ ਦੀ ਲੋੜ ਨਹੀਂ? ਜੇਕਰ ਕੈਨੇਡਾ ਸੇਫ ਨਹੀਂ ਹੈ, ਜੇਕਰ ਅਮਰੀਕਾ ਸੇਫ ਨਹੀਂ ਹੈ, ਜੇਕਰ ਆਸਟ੍ਰੇਲੀਆ ਸੇਫ ਨਹੀਂ ਹੈ, ਤਾਂ ਫਿਰ ਹੁਣ ਸਿੱਖ ਕਿੱਧਰ ਜਾਣ? ਉਹ ਸਿੱਖ ਜਿਨ੍ਹਾਂ ਨੇ ਲੱਖਾਂ ਰੁਪਏ ਤਾਰੇ ਨੇ ਕੈਨੇਡਾ ਜਾਣ ਦੇ ਵਾਸਤੇ, ਕੈਨੇਡਾ ਦੀ ਸਿਟੀਜ਼ਨ ਲੈਣ ਵਾਸਤੇ, ਸਿਟੀਜ਼ਨਸ਼ਿਪ ਲੈਣ ਵਾਸਤੇ, ਉੱਥੇ ਪੜ੍ਹਨ ਵਾਸਤੇ, ਉੱਥੇ ਰਹਿਣ ਵਾਸਤੇ, ਉੱਥੇ ਕੰਮ ਕਰਨ ਵਾਸਤੇ। ਅਸੀਂ ਜਾਣਦੇ ਹਾਂ ਕਿ ਇਸ ਤਰ੍ਹਾਂ ਦੇ ਨਫ਼ਰਤੀ ਅਪਰਾਧ ਕਿਉਂ ਹੋ ਰਹੇ ਨੇ, ਕਿਉਂਕਿ ਉੱਥੇ ਸਿੱਖ ਵੱਡੀ ਗਿਣਤੀ ਦੇ ਵਿੱਚ ਕੰਮ ਕਰਦੇ ਨੇ। ਲੋਕਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਰੁਜ਼ਗਾਰ ਸਿੱਖਾਂ ਨੇ ਖੋਹ ਲਿਆ ਹੈ, ਇੰਡੀਅਨਸ ਨੇ ਖੋਹ ਲਿਆ ਹੈ। ਤਾਂ ਇੰਡੀਅਨਸ ਦੇ ਨਾਲ, ਪੂਰੇ ਇੰਡੀਅਨਸ ਦੇ ਨਾਲ ਜਾਂ ਹੋਰ ਕੰਟਰੀਆਂ ਦੇ ਲੋਕਾਂ ਦੇ ਨਾਲ ਸਿੱਖਾਂ ਨੂੰ ਵੀ ਟਾਰਗੇਟ ਕਰਦੇ ਨੇ। ਪਰ ਅਜਿਹਾ ਬੇਹੱਦ ਕਰ ਸਿੱਖਾਂ ਨੂੰ ਡਰਾਉਣਾ, ਧਮਕਾਉਣਾ, ਧੱਕੇ ਮਾਰਨਾ, ਉਹਨਾਂ ਤੇ ਹਮਲੇ ਕਰਨਾ, ਉਹਨਾਂ ਨੂੰ ਗਾਲਾਂ ਕੱਢਣਾ ਬਹੁਤ ਕਰ। ਇਹਨਾਂ ਦਾ ਇੱਕ ਸਖਤ ਕਾਨੂੰਨ ਹੋਣਾ ਚਾਹੀਦਾ ਹੈ ਤਾਂ ਜੋ ਅਜਿਹਾ ਕਰਨ ਵਾਲਿਆਂ ਨੂੰ ਕਾਨੂੰਨੀ ਸਜ਼ਾ ਜਿਹੜੀ ਉਹ ਮਿਲੇ, ਸਖਤ ਸਜ਼ਾਵਾਂ। ਕੀ ਆਸ-ਪਾਸ, ਤੁਹਾਡੇ ਆਸ-ਪਾਸ ਕਿਸੇ ਵਿਅਕਤੀ ਨੂੰ ਸਖਤ ਸਜ਼ਾ ਮਿਲੀ ਹੈ ਅਜਿਹੀਆਂ ਨਫ਼ਰਤੀ ਅਪਰਾਧ ਕਰਨ ਵਾਲਿਆਂ ਨੂੰ, ਜਿਸਨੇ ਨਫ਼ਰਤੀ ਹਿੰਸਾ ਕੀਤੀ ਹੋਵੇ, ਜਾਂ ਨਸਲੀ ਟਿੱਪਣੀਆਂ ਕੀਤੀਆਂ ਹੋਣ, ਜਾਂ ਕਿਸੇ ਦਾ ਕਤਲ ਕਰ ਦਿੱਤਾ ਹੋਵੇ ਨਫ਼ਰਤੀ ਹਿੰਸਾ ਦੇ ਵਿੱਚ? ਕਿਉਂਕਿ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਆਈਆਂ ਕਿ ਨਫ਼ਰਤੀ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਸਿੱਖਾਂ ਨੂੰ, ਅਤੇ ਕਈਆਂ ਦੀ ਜਾਨ ਵੀ ਚਲੀ ਗਈ। ਕੀ ਅਸੀਂ ਉੱਥੇ ਆਪਣੀਆਂ ਜਾਨਾਂ ਦੇਣ ਆਏ ਹਾਂ ਇੰਨੇ ਪੈਸੇ ਭਰ ਕੇ? ਸਾਡੀ ਸੁਰੱਖਿਆ ਕਿੱਥੇ ਹੈ? ਕੈਨੇਡੀਅਨ ਗਵਰਨਮੈਂਟ ਇਮੀਗ੍ਰੇਸ਼ਨ ਮੰਤਰਾਲਾ ਲੱਖਾਂ ਰੁਪਏ ਲੈਂਦਾ ਕੈਨੇਡਾ ਦੇ ਵੀਜ਼ੇ ਵਾਸਤੇ, ਭਈ ਉਹਦੇ ਨਾਲ ਸੁਰੱਖਿਆ ਵੀ ਮੁਹੱਈਆ ਕਰਵਾਇਆ ਨੂੰ। ਕਿ ਲੱਖਾਂ ਰੁਪਏ ਦੇ ਕੇ ਜਾਣ ਵਾਲੇ ਲੋਕ ਜੇਕਰ ਕੈਨੇਡਾ ਦੇ ਵਿੱਚ ਸੁਰੱਖਿਅਤ ਨਹੀਂ ਹਨ ਤਾਂ ਫਿਰ ਸੁਰੱਖਿਅਤ ਕੌਣ ਹੈ? ਮਲਟੀਕਲਚਰਿਜ਼ਮ ਵਾਲਾ ਦੇਸ਼ ਆਖਿਆ ਜਾਂਦਾ ਕੈਨੇਡਾ। ਤਸਵੀਰਾਂ ਤਾਂ ਕੁਝ ਹੋਰ ਹੀ ਬਿਆਨ ਕਰਦੀਆਂ ਨੇ ਕਿ ਮਲਟੀਕਲਚਰਿਜ਼ਮ ਨਹੀਂ ਹੈ। ਕਦੇ ਇੰਡੀਅਨਸ ਨੂੰ ਚੂਹੇ ਦੱਸਿਆ ਜਾਂਦਾ ਹੈ, ਕਦੇ ਉਹਨਾਂ ਨੂੰ ਕੁਝ ਦੱਸਿਆ ਜਾਂਦਾ ਹੈ, ਕਦੇ ਉਹਨਾਂ ਨੂੰ ਕੁਝ ਡੌਗਸ ਦੱਸਿਆ ਜਾਂਦਾ ਹੈ। ਅਜਿਹਾ ਕਰਨ ਵਾਲਿਆਂ ਨੂੰ, ਅਜਿਹੀਆਂ ਕਰਤੂਤਾਂ ਨੂੰ ਅੰਜਾਮ ਦੇਣ ਵਾਲਿਆਂ ਤੇ ਕਿਸ ਤਰ੍ਹਾਂ ਦਾ ਐਕਸ਼ਨ ਹੈ ਜਿਹੜਾ ਉਹ ਹੋਣਾ ਚਾਹੀਦਾ ਹੈ? ਅੱਜ ਰੇਸਿਜ਼ਮ ਨੂੰ ਨੋ ਕਹਿਣ ਦਾ ਵੇਲਾ ਹੈ। ਜੇਕਰ ਅੱਜ ਵੀ ਤੁਸੀਂ ਰੇਸਿਜ਼ਮ ਨੂੰ, ਨਸਲਵਾਦ ਨੂੰ ਨੋ ਨਹੀਂ ਆਖਿਆ ਤਾਂ ਫਿਰ ਅੱਗੇ ਤੋਂ ਇਹ ਘਟਨਾਵਾਂ ਵੱਧਦੀਆਂ ਜਾਣਗੀਆਂ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਸਭ ਕੀ ਕਰ ਰਹੇ ਨੇ? ਕਿ ਉਹਨਾਂ ਦੀ ਨਜ਼ਰ ਦੇ ਵਿੱਚ ਸਭ ਕੁਝ ਛੋਟਾ ਹੈ, ਕਿ ਉਹ ਫੋਰ ਗ੍ਰਾਂਟਡ ਲੈ ਰਹੇ ਨੇ? ਵੈਸੇ ਤਾਂ ਭਾਰਤ ਆਉਂਦੇ ਨੇ, ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਡੀਲਸ ਕਰਦੇ ਨੇ ਅਤੇ ਉਹਨਾਂ ਦੇ ਨਾਲ ਕਈ ਵੱਡੇ ਵਾਅਦੇ ਵੀ ਕਰਕੇ ਜਾਂਦੇ ਨੇ, ਪਰ ਕੀ ਵਾਪਸੀ ਤੇ ਇਹ ਸਾਰੇ ਵਾਅਦੇ ਭੁੱਲ ਜਾਂਦੇ ਨੇ ਉਹਨਾਂ ਨੂੰ? ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਉਹ ਆਪਣੀ ਕਹੀ ਜ਼ੁਬਾਨ ਤੇ ਖੜੇ ਨਹੀਂ ਹਨ? ਕਿ ਕੈਨੇਡੀਅਨ ਗਵਰਨਮੈਂਟ ਨੂੰ ਨਹੀਂ ਚਾਹੀਦਾ ਕਿ ਇੱਥੇ ਰਹਿਣ ਵਾਲੇ ਵਿਦੇਸ਼ੀਆਂ ਨੂੰ ਪੂਰਾ ਸੁਰੱਖਿਅਤ ਮਾਹੌਲ ਦਿੱਤਾ ਜਾਵੇ, ਕਿਉਂਕਿ ਉਹ ਮੁਫਤ ਨਹੀਂ ਆਏ ਤੇ ਨਾ ਹੀ ਮੁਫਤ ਖੋਰੇ ਨੇ। ਕੈਨੇਡਾ ਦੇਸ਼ ਦੇ ਵਿੱਚ ਆ ਕੇ ਕੰਮ ਕਰਕੇ ਰੋਜ਼ੀ ਕਮਾ ਰਹੇ ਨੇ, ਉਹ ਕੰਮ ਜੋ ਪੂਰੇ ਕਰਨ ਤੋਂ ਨਾ ਕਰਨ। ਪਰ ਅਜਿਹੇ ਦੇ ਵਿੱਚ ਉਹਨਾਂ ਨੂੰ ਤੰਗ ਪਰੇਸ਼ਾਨ ਕਿਉਂ ਕੀਤਾ? ਕਿ ਅਸੀਂ ਫੋਕੀ ਸ਼ੌਹਰਤ ਲਈ ਅੰਗਰੇਜ਼ਾਂ ਦੇ ਛਿੱਤਰ ਖਾ ਰਹੇ ਹਾਂ? ਕੀ ਸਾਡੀ ਅਣਖ ਮਰ ਗਈ ਹੈ? ਕੀ ਸਾਡੀ ਗੈਰਤ ਮਰ ਗਈ ਹੈ? ਅਣਖਾਂ ਗੈਰਤਾਂ ਸਭ ਕੁਝ ਕੋਠੀਆਂ ਦੇ ਲੈਂਟਰਾਂ ਹੇਠਾਂ ਦੱਬਦੀਆਂ ਨੇ, ਵੱਡੀਆਂ ਗੱਡੀਆਂ ਦੇ ਪਿੱਛੇ ਦੱਬ ਗਈ। ਕੀ ਫਾਇਦਾ ਜਿਹੀਆਂ ਗੱਡੀਆਂ ਨੂੰ ਲੈ ਕੇ ਸੜਕਾਂ ਤੇ ਘੁੰਮਣ ਦਾ, ਜੇਕਰ ਤੁਸੀਂ ਉਸ ਦੇਸ਼ ਦੇ ਵਿੱਚ ਹੀ ਸੁਰੱਖਿਅਤ ਨਹੀਂ, ਤੁਸੀਂ ਮਾਣ ਮਹਿਸੂਸ ਨਹੀਂ ਕਰਦੇ, ਤੁਸੀਂ ਪੱਗ ਬੰਨ ਕੇ ਜਾਣ ਤੋਂ ਗੁਰੇਜ਼ ਕਰਦੇ ਹੋ, ਸਿਰਸਾ ਪਾ ਕੇ ਜਾਣ ਤੋਂ ਤੁਸੀਂ ਗੁਰੇਜ਼ ਕਰਦੇ ਹੋ, ਕਕਾਰ ਪਾ ਕੇ ਜਾਣ ਤੋਂ ਤੁਸੀਂ ਗੁਰੇਜ਼ ਕਰਦੇ ਹੋ, ਗੁਰਸਿੱਖ ਹੋਣ ਦੇ ਬਾਵਜੂਦ ਵੀ ਤੁਸੀਂ ਡਰਦੇ ਹੋ। ਤਾਂ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਵੱਲੋਂ ਰਿਪੋਰਟ ਜਾਰੀ ਕੀਤੀ ਗਈ ਹੈ। ਇਸ ਦੇ ਅੰਕੜੇ ਨੇ ਸਭ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਹੈ। 80% ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 5 ਸਾਲਾਂ ਦੇ ਵਿੱਚ ਨਫ਼ਰਤੀ ਅਪਰਾਧਾਂ ਦੇ ਲਈ ਕੈਨੇਡਾ ਦੇ ਵਿੱਚ ਵਾਧਾ ਹੋਇਆ ਹੈ। 78 ਪੰਨਿਆਂ ਦੀ ਰਿਪੋਰਟ ਹੈ ਜਿਹੜੀ ਦਿੱਤੀ ਹੈ ਇਸ ਵਰਲਡ ਆਰਗੇਨਾਈਜੇਸ਼ਨ ਨੇ, ਜਿਸ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਨੇ। 65% ਲੋਕਾਂ ਮੁਤਾਬਕ ਉਹਨਾਂ ਨੂੰ ਜਨਤਕ ਥਾਵਾਂ ਤੇ ਪਰੇਸ਼ਾਨ ਕੀਤਾ ਜਾਂਦਾ, ਜਿਵੇਂ ਪਬਲਿਕ ਹਸਪੀਟਲਸ, ਬੱਸਸ, ਟ੍ਰੇਨਸ ਜਾਂ ਲੋਕਲ ਹੋਰ ਥਾਵਾਂ, ਸਕੂਲਸ, ਕਾਲਜਸ, ਇਹਨਾਂ ਥਾਵਾਂ ਤੇ ਜਨਤਾ ਨੂੰ ਪਰੇਸ਼ਾਨ ਕੀਤਾ ਗਿਆ। ਜੇਕਰ ਜਨਤਕ ਥਾਵਾਂ ਤੇ ਨਸਲੀ ਹਮਲੇ ਹੋ ਰਹੇ ਨੇ ਜਿੱਥੇ ਪੁਲਿਸ ਦੀ ਮੌਜੂਦਗੀ ਹੁੰਦੀ ਹੈ, ਤਾਂ ਫਿਰ ਉਹ ਥਾਵਾਂ ਕਿਵੇਂ ਜਿੱਥੇ ਪੁਲਿਸ ਦੀ ਮੌਜੂਦਗੀ ਬੇਹੱਦ ਘੱਟ ਹੁੰਦੀ ਹੈ ਜਾਂ ਹੁੰਦੀ ਹੈ? ਕੀ ਅਸੀਂ ਅਸੁਰੱਖਿਅਤ ਹਾਂ? ਕੀ ਅਸੀਂ ਅਸੁਰੱਖਿਅਤ ਹੱਥਾਂ ਦੇ ਵਿੱਚ ਹਾਂ? ਕਿ ਅਸੀਂ ਆਪਣੀ ਜਾਨ ਦਾਅ ਤੇ ਲਾ ਕੇ ਲੱਖਾਂ ਰੁਪਏ ਭਰ ਕੇ ਕੈਨੇਡਾ ਜਾ ਰਹੇ ਹਾਂ? ਤਾਂ ਫਿਰ ਕੈਨੇਡਾ ਜਾਣ ਦਾ ਫਾਇਦਾ ਕੀ ਹੈ? ਕਿ ਕੈਨੇਡਾ ਜਾਣ ਦਾ ਰਸਤਾ ਹੁਣ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਉੱਥੇ ਤੁਸੀਂ ਸੁਰੱਖਿਅਤ ਨਹੀਂ? ਜੇਕਰ ਸੁਰੱਖਿਆ ਹੀ ਨਹੀਂ ਹੈ, ਫਿਰ ਕਿਸੇ ਦੇਸ਼ ਦੇ ਵਿੱਚ ਰਹਿਣ ਦਾ ਕੀ ਵਾਕਿਆ ਹੀ ਤੁਹਾਨੂੰ ਲੱਗਦਾ ਹੈ ਕਿ ਕੋਈ ਫਾਇਦਾ ਹੈ? ਜੇਕਰ ਕੋਈ ਫਾਇਦਾ ਨਹੀਂ ਹੈ ਤਾਂ ਫਿਰ ਸਿੱਖ ਕੈਨੇਡਾ ਕਿਉਂ ਕਰਦੇ ਨੇ? ਉਹ ਕੈਨੇਡਾ ਦੇ ਵੱਲ ਹੀ ਵਹੀਰਾ ਕੱਟ ਕੇ ਜਾਣਾ ਪਸੰਦ ਕਰਦੇ ਨੇ। ਅਸੀਂ ਇੱਕ ਬਹੁਤ ਸੰਜੀਦਾ ਮੁੱਦਾ ਇਸ ਲਈ ਚੁੱਕਿਆ ਹੈ ਤਾਂ ਜੋ ਤੁਸੀਂ ਵੀ ਸਾਡੇ ਨਾਲ ਆਪਣੀ ਗੱਲਬਾਤ, ਆਪਣੀ ਰਾਏ, ਆਪਣੀ ਹੱਟ ਬੀਤੀ, ਆਸ-ਪਾਸ ਜੇਕਰ ਕੁਝ ਹੋਇਆ ਤਾਂ ਤੁਸੀਂ ਸਾਡੇ ਨਾਲ ਸਾਂਝਾ ਕਰ ਸਕੋ। ਹਾਂ, ਇਹ ਨਹੀਂ ਹੈ ਕਿ ਇਸ ਨੂੰ ਰੋਕਣ ਦੇ ਲਈ ਕਦੇ ਕੰਪੇਨਸ ਤੇ ਚੱਲੇ ਆ। ਹੇਟ ਕ੍ਰਾਈਮਸ ਲੋਕਾਂ ਦੇ ਲਈ ਸਿੱਖਾਂ ਦੇ ਵੱਲੋਂ ਕੰਪੇਨਸ ਵਿੱਚ ਨਹੀਂ ਹੈ, ਪਰ ਹੁੰਗਾਰਾ ਤਾਂ ਮਿਲਿਆ ਪਰ ਕੋਈ ਕਾਰਵਾਈ ਨਹੀਂ ਹੋਈ। ਸਰਕਾਰਾਂ ਚੁੱਪਚਾਪ ਬੈਠੀਆਂ ਵੇਖਦੀਆਂ ਰਹੀਆਂ। ਕਿ ਸਰਕਾਰਾਂ ਦਾ ਫਰਜ਼ ਨਹੀਂ ਬਣਦਾ ਕਿ ਜੇਕਰ ਹੇਟ ਕ੍ਰਾਈਮ ਹੋ ਰਿਹਾ ਹੈ ਤਾਂ ਉਸ ਨੂੰ ਰੋਕਿਆ ਜਾ ਸਕੇ, ਉਸ ਨੂੰ ਘਟਾਇਆ ਜਾ ਸਕੇ, ਪਰ ਨਹੀਂ, ਸਰਕਾਰਾਂ ਕੁਝ ਨਹੀਂ ਕਰ ਰਹੀਆਂ। ਕੀ ਕਦੇ ਕੋਈ ਵੇਲਾ ਸੀ ਜਦੋਂ ਵਾਕਿਆ ਹੀ ਕੈਨੇਡਾ ਸਿੱਖਾਂ ਦੇ ਲਈ ਇੱਕ ਸੇਫੈਸਟ ਹਾਊਸ ਦੀ ਤਰ੍ਹਾਂ ਸੀ, ਪਰ ਹੁਣ ਉਹ ਸੇਫੈਸਟ ਹਾਊਸ ਅਨਸੇਫ ਹੋ ਗਿਆ ਹੈ। ਸਿੱਖ ਉੱਥੇ ਡਰਨ ਲੱਗੇ ਨੇ, ਸਿੱਖਾਂ ਦੇ ਬੱਚੇ ਉੱਥੇ ਡਰਨ ਲੱਗੇ ਨੇ, ਸਿੱਖ ਕਮਿਊਨਿਟੀ ਉੱਥੇ ਡਰਦੇ ਸਾਏ ਹੇਠ ਹੈ। ਮਾਫ ਕਰਨਾ, ਕਿ ਵਾਕਿਆ ਇਸ ਆਪਣੇ ਬੱਚਿਆਂ ਨੂੰ ਕੁਝ ਚੰਗਾ ਨਹੀਂ ਦੇ ਕੇ ਜਾ ਰਹੇ। ਜੇਕਰ ਰੇਸਿਜ਼ਮ ਅੱਜ ਹੋ ਰਿਹਾ ਤਾਂ ਕੱਲ ਵੀ ਹੋਏਗਾ। ਕਿ ਜ਼ਿੰਮੇਵਾਰੀ ਨਹੀਂ ਬਣਦੀ ਇਸ ਨੂੰ ਖਤਮ ਕਰਨ ਦੇ ਲਈ ਜਿਹੜੀ ਹੈ ਆਵਾਜ਼ ਚੁੱਕੀ ਜਾਵੇ ਕਿ ਰੇਸਿਜ਼ਮ ਕਦੇ ਖਤਮ ਨਹੀਂ ਹੋਵੇਗਾ। ਕੁਝ ਨਾ ਕੁਝ ਸਮੇਂ ਤੋਂ ਬਾਅਦ ਇਸ ਤਰ੍ਹਾਂ ਦੀਆਂ ਘਟਨਾਵਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਨੇ। ਕਿਵੇਂ ਖਤਮ ਹੋਵੇਗਾ ਰੇਸਿਜ਼ਮ? ਫਿਲਹਾਲ ਇੱਕ ਬ੍ਰੇਕ ਦੀ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ। ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ। ਸਾਡਾ ਪ੍ਰੋਗਰਾਮ ਇਸ ਵੇਲੇ ਲਾਈਵ ਹੈ। ਸਾਡੇ ਨੰਬਰਸ ਤੁਹਾਡੇ ਟੀਵੀ ਸਕਰੀਨ ਤੇ ਫਲੈਸ਼ ਨੇ। ਇਹਨਾਂ ਨੰਬਰਾਂ ਤੇ ਕਾਲ ਕਰੋ ਤੇ ਆਪਣੀ ਰਾਏ ਤੁਸੀਂ ਸਾਡੇ ਨਾਲ ਸਾਂਝੀ ਕਰੋ। ਹੁਣ ਸਾਡਾ ਸਵਾਲ ਸਿੱਧਾ ਜਿਹਾ ਹੈ ਕਿ ਅਸੀਂ ਡਾਲਰ ਕਮਾਉਣ ਆਏ ਹਾਂ? ਕਿ ਅਸੀਂ ਆਪਣੀ ਇੱਜ਼ਤ ਬਚਾਉਣ ਨਹੀਂ ਆਏ? ਕਿ ਅਸੀਂ ਆਪਣੇ ਤੇ ਹੋ ਰਹੇ ਹਮਲਿਆਂ ਨੂੰ ਰੋਕ ਨਹੀਂ ਸਕਦੇ? ਕਿ ਅਸੀਂ ਸਿਰਫ ਉੱਥੇ ਖੜ ਕੇ ਫੋਟੋਆਂ ਖਿਚਵਾਉਣ ਆਏ? ਇਹ ਕੈਨੇਡੀਅਨ ਗਵਰਨਮੈਂਟ ਕੁਝ ਕਰ ਰਹੀ ਹੈ ਨਫ਼ਰਤੀ ਅਪਰਾਧਾਂ ਨੂੰ ਰੋਕਣ ਦੇ ਲਈ? ਕਿ ਲਗਾਤਾਰ ਕੈਨੇਡਾ ਦੇ ਵਿੱਚ ਨਫ਼ਰਤੀ ਅਪਰਾਧ ਵਧੇ ਨੇ? ਕਿ ਨਫ਼ਰਤੀ ਅਪਰਾਧਾਂ ਨੂੰ ਵਧਾਵਾ ਦੇਣ ਦੇ ਲਈ ਅਸੀਂ ਵੀ ਜ਼ਿੰਮੇਵਾਰ ਹਾਂ? ਕਿ ਸਾਡੀ ਚੁੱਪ ਹੀ ਅਜਿਹੇ ਲੋਕਾਂ ਨੂੰ ਜਿਹੜਾ ਹੈ ਵਧਾਵਾ ਦਿੰਦੀ ਹੈ? ਕਿ ਸਾਡੀ ਚੁੱਪ ਦੇ ਚੱਲਦਿਆਂ ਅਜਿਹੇ ਲੋਕਾਂ ਨੂੰ ਹੌਸਲਾ ਮਿਲਿਆ, ਬਲ ਮਿਲਿਆ, ਉਹਨਾਂ ਨੇ ਹੋਰ ਘਟਨਾਵਾਂ ਨੂੰ ਅੰਜਾਮ ਦਿੱਤਾ? ਕਿ ਅਜਿਹੀਆਂ ਘਟਨਾਵਾਂ ਕਰਨ ਦੇ ਪਿੱਛੇ ਕੁਝ
ਗਰੁੱਪਸ ਨੇ ਕੈਨੇਡਾ ਦੇ ਵਿੱਚ ਜਿਵੇਂ US ਦੇ ਵਿੱਚ ਬਣੇ ਹੋਏ ਨੇ ਕਿ ਵਾਕਿਆ ਹੀ ਜਾਣ ਬੁੱਝ ਕੇ ਪੰਜਾਬੀਆਂ ਨੂੰ ਸਿੱਖਾਂ ਨੂੰ ਟਾਰਗੇਟ ਕਰਨਾ ਕੋਈ ਸਾਜ਼ਿਸ਼ ਹੋ ਸਕਦੀ ਹੈ ਕਿ ਕਿਉਂ ਸਾਜ਼ਿਸ਼ ਕਿਉਂ ਟਾਰਗੇਟ ਹੈ ਜਿਹੜਾ ਕੀਤਾ ਜਾ ਰਿਹਾ ਹੈ ਕਿ ਕੈਨੇਡੀਅਨ ਗਵਰਨਮੈਂਟ ਸਿੱਖਾਂ ਦੇ ਲਈ ਕੁਝ ਕਰ ਪਾ ਰਹੀ ਹੈ ਜਾਂ ਫਿਰ ਸਿੱਖ ਵੋਟ ਬੈਂਕਸ ਹੀ ਨਹੀਂ ਉਹਨਾਂ ਤੋਂ ਸਿਰਫ ਟੈਕਸ ਹੀ ਭਰਾਇਆ ਜਾਂਦਾ ਹੈ। ਅਜਿਹਾ ਕੀ ਹੈ ਕਿ ਇੱਕ ਸੇਫ ਹਾਊਸ ਮੰਨੇ ਜਾਣ ਵਾਲੇ ਕੈਨੇਡਾ 'ਚ ਵੀ ਅੱਜ ਸਿੱਖ ਨਫ਼ਰਤ ਦਾ ਸ਼ਿਕਾਰ ਹੋ ਰਹੇ ਨੇ, ਨਸਲੀ ਨਫ਼ਰਤ ਦਾ ਸ਼ਿਕਾਰ ਹੋ ਰਹੇ ਨੇ। ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਹੋਇਆ ਹੈ। ਕਦੇ ਸਾਡੇ ਬਜ਼ੁਰਗਾਂ ਨੂੰ ਧੱਕੇ ਮਾਰੇ ਜਾਂਦੇ ਨੇ, ਕਦੇ ਉਹਨਾਂ ਦੀ ਦਸਤਾਰ ਬਾਰੇ ਬੋਲਿਆ ਜਾਂਦਾ, ਕਦੇ ਉਹਨਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ, ਕਦੇ ਉਹਨਾਂ ਨੂੰ ਕਿਹਾ ਜਾਂਦਾ ਕਿ ਸਾਡੇ ਦੇਸ਼ ਦੇ ਵਿੱਚੋਂ ਨਿਕਲ ਜਾਓ। ਅਜਿਹਾ ਕਿਉਂ ਹੈ? ਕੀ ਅਸੀਂ ਕਦੇ ਇਕੱਠੇ ਹੋਵਾਂਗੇ ਇਸ ਨਫ਼ਰਤੀ ਅਪਰਾਧਾਂ ਦੇ ਖਿਲਾਫ, ਇਸ ਨਸਲੀ ਹਿੰਸਾ ਦੇ ਖਿਲਾਫ, ਨਸਲੀ ਟਿੱਪਣੀਆਂ ਦੇ ਖਿਲਾਫ, ਜਾਂ ਚੁੱਪਚਾਪ ਬੈਠ ਕੇ ਤਮਾਸ਼ਾ ਦੇਖਦੇ ਰਹਾਂਗੇ ਕਿ ਕੋਠੀਆਂ ਕਾਰਾਂ ਘਰ ਤਾਂ ਆ ਗਿਆ ਪਰ ਸਾਡੀ ਅਣਖ ਕੀ ਮਰ ਗਈ ਹੈ? ਕਿ ਸਾਡੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਅਸੀਂ ਕਲੈਪਰਲੀ ਕਿ ਯੂਨਾਨੀਮਸਲੀ ਇਸ ਤਰ੍ਹਾਂ ਦੀ ਇੱਕ ਮੁਹਿੰਮ ਚਲਾਈ ਤੇ ਉਸ ਦੇ ਵਿੱਚ ਸਾਰੇ ਹੀ ਹਿੱਸਾ ਪਾਈਏ ਕਿ ਸਿੱਖ ਲਾਈਫ ਮੈਟਰ ਨਹੀਂ ਕਰਦੀਆਂ ਕੈਨੇਡਾ ਦੇ ਵਿੱਚ। ਸਿੱਖ ਲਾਈਫ ਮੈਟਰ ਕਰਾਉਣ ਦੇ ਵਾਸਤੇ ਕੀ ਕੋਈ ਕੰਪੇਨ ਨਹੀਂ ਚਲਾਉਣੀ ਚਾਹੀਦੀ? ਸਿੱਖ ਜਿਹੜੇ ਨੇਤਾ ਨੇ ਸਾਡੇ ਉੱਥੋਂ ਦੇ ਪਾਰਲੀਮੈਂਟ ਦੇ ਵਿੱਚ ਬੈਠੇ ਕੀ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਹ ਇਸ ਤਰ੍ਹਾਂ ਦਾ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕਰਨ, ਪ੍ਰੈਸ਼ਰ ਪਾਉਣ ਸਰਕਾਰ ਤੇ ਕਿ ਸਿੱਖਾਂ ਦੇ ਨਾਲ ਵਿਤਕਰੇਬਾਜ਼ੀ ਨਾ ਹੋਵੇ? ਕਿਉਂ ਵਿਤਕਰਾ ਹੋ ਰਿਹਾ? ਬਹੁਤ ਸਾਰੇ ਸਵਾਲ ਨੇ ਅੱਜ ਜਿਨ੍ਹਾਂ ਤੇ ਅਸੀਂ ਡਿਸਕਸ ਕਰਨ ਦੇ ਲਈ ਬੈਠੇ ਹੋਏ ਹਾਂ। ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਵੱਲੋਂ ਰਿਪੋਰਟ ਜਾਰੀ ਕੀਤੀ ਗਈ ਹੈ। 80% ਲੋਕਾਂ ਦੇ ਮੁਤਾਬਕ ਪਿਛਲੇ 5 ਸਾਲਾਂ ਦੇ ਵਿੱਚ ਨਫ਼ਰਤ ਦੇ ਅਪਰਾਧਾਂ 'ਚ ਲਗਾਤਾਰ ਇਜ਼ਾਫਾ ਹੋਇਆ ਹੈ। 78 ਪੰਨਿਆਂ ਦੀ ਰਿਪੋਰਟ ਹੈ ਜਿਸ ਨੇ ਨਸਲੀ ਵਿਤਕਰੇ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਅਤੇ ਅੰਕੜੇ ਹੈਰਾਨੀਜਨਕ ਅਤੇ ਚਿੰਤਾਜਨਕ ਹਨ। ਅੱਜ ਦਾ ਮੁੱਦਾ ਹੈ ਸਿੱਖ ਸੁਰੱਖਿਆ ਤੇ ਸਾਜ਼ਿਸ਼। 65% ਲੋਕਾਂ ਮੁਤਾਬਕ ਉਹਨਾਂ ਨੂੰ ਜਨਤਕ ਥਾਵਾਂ ਤੇ ਤੰਗ ਕੀਤਾ ਗਿਆ। ਇੱਕ ਕੈਨੇਡੀਅਨ ਰੇਸ ਰਿਲੇਸ਼ਨਸ ਦਾ ਵੀ ਜ਼ਿਕਰ ਇਸ ਦੇ ਵਿੱਚ ਆਇਆ ਹੈ ਕਿ ਉਸਨੇ ਇੱਕ ਅਧਿਐਨ ਕੀਤਾ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਸਿੱਖਾਂ ਦੀ ਪਛਾਣ ਦੇ ਕਰਕੇ, ਉਹਨਾਂ ਦੇ ਕਾਰਨ ਕਰਕੇ ਉਹਨਾਂ ਨੂੰ ਟਾਰਗੇਟ ਹੈ ਜਿਹੜਾ ਉਹ ਕੀਤਾ ਗਿਆ ਹੈ। ਕਿ ਵਾਕਿਆ ਹੀ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਜਾਣ ਬੁੱਝ ਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਸਾਡੇ ਦੇਸ਼ ਦੇ ਵਿੱਚੋਂ ਤੁਸੀਂ ਨਿਕਲ ਜਾਓ। ਕਿ ਦੇਸ਼ ਸਿਰਫ ਗੋਰਿਆਂ ਲਈ ਹੈ, ਉਹਨਾਂ ਸਿੱਖਾਂ ਦੇ ਲਈ ਨਹੀਂ ਹੈ ਜੋ ਪੈਸੇ ਖਰਚ ਕੇ ਕੈਨੇਡਾ ਦੀ ਧਰਤੀ ਤੇ ਗਏ ਨੇ, ਉੱਥੇ ਕੰਮ ਕਰਨ ਲਈ ਗਏ ਨੇ, ਉੱਥੇ ਪੈਸਾ ਕਮਾਉਣ ਦੇ ਲਈ ਗਏ ਨੇ। ਇਹ ਸਿਰਫ ਉਹਨਾਂ ਗੋਰਿਆਂ ਦਾ ਹੀ ਦੇਸ਼ ਹੈ ਤਾਂ ਫਿਰ ਵੀਜ਼ਾ ਪ੍ਰਣਾਲੀ ਕਿਉਂ ਹੈ? ਵੀਜ਼ਾ ਕਿਉਂ ਦਿੱਤੇ ਜਾਂਦੇ ਨੇ? ਅਜਿਹੇ ਲੋਕਾਂ ਨੂੰ ਰੋਕਣ ਦੇ ਵਾਸਤੇ ਕੈਨੇਡੀਅਨ ਗਵਰਨਮੈਂਟ ਚਾਹਤੀ ਹੈ ਕਿ ਕੈਨੇਡਾ ਦੇ ਵਿੱਚ ਅਜਿਹਾ ਕੋਈ ਪ੍ਰਾਵਧਾਨ ਨਹੀਂ ਹੈ ਕਿ ਇਸ ਤਰ੍ਹਾਂ ਦੇ ਹੇਟ ਕ੍ਰਾਈਮਸ ਨੂੰ ਰੋਕਿਆ ਜਾ ਸਕੇ। ਉੱਥੇ ਦੀ ਪੁਲਿਸ ਕੀ ਕਰਦੀ ਹੈ? ਕਿ ਵਾਕਿਆ ਹੀ ਪੁਲਿਸ ਮੌਕੇ ਤੇ ਕਾਰਜ ਕਰਦੀ ਹੈ? ਹੇਟ ਕ੍ਰਾਈਮ ਕਰਨ ਵਾਲਿਆਂ ਨੂੰ, ਨਫ਼ਰਤ ਫੈਲਾਉਣ ਵਾਲਿਆਂ ਨੂੰ ਪੁਲਿਸ ਫੜ ਕੇ ਕੋਈ ਸਖਤ ਕਾਰਵਾਈ ਕਰਦੀ ਹੈ ਜਾਂ ਸਿਰਫ ਨਾਮ ਦੀ ਕਾਰਵਾਈ ਹੀ ਕੈਨੇਡਾ ਦੇ ਵਿੱਚ ਹੁੰਦੀ ਹੈ? ਉਹਨਾਂ ਲੋਕਾਂ ਨੂੰ ਛੱਡ ਦਿੱਤਾ ਜਾਂਦਾ ਹੈ ਜਿਹੜੇ ਹੇਟ ਕ੍ਰਾਈਮਸ ਨੂੰ ਅੰਜਾਮ ਦਿੰਦੇ ਨੇ ਅਤੇ ਉਹਨਾਂ ਲੋਕਾਂ ਨੂੰ ਕਦੇ ਕੁਝ ਨਹੀਂ ਕਿਹਾ ਜਾਂਦਾ, ਇਸ ਨੂੰ ਹਲਕੇ ਦੇ ਵਿੱਚ ਲੈ ਲਿਆ ਜਾਂਦਾ ਹੈ ਕਿ ਸਾਡੀ ਸੁਰੱਖਿਆ ਫਿਰ ਇੰਨੀ ਹਲਕੀ ਹੈ। ਅਸੀਂ ਪੈਸੇ ਖਰਚ ਕੇ ਤਾਂ ਜਾ ਰਹੇ ਹਾਂ ਪਰ ਅਸੀਂ ਸੁਰੱਖਿਅਤ ਨਹੀਂ ਹਾਂ। ਕਿ ਸਾਡੀ ਸੁਰੱਖਿਆ ਦੀ ਜ਼ਿੰਮੇਵਾਰੀ ਸਰਕਾਰ ਦੀ ਨਹੀਂ ਹੈ। ਅਸੀਂ ਇੰਨੇ ਕੁ ਹਲਕੇ ਹੋ ਗਏ ਹਾਂ, ਸਾਡਾ ਮੁੱਲ ਇੰਨਾ ਕੁ ਹੀ ਹੈ ਕਿ ਪੈਸੇ ਲਈ ਔਰ ਉਹਨਾਂ ਦੀ ਸੁਰੱਖਿਆ ਰੱਬ ਵਾਸਤੇ ਛੱਡ ਦਿੱਤੀ। ਕੈਨੇਡੀਅਨ ਗਵਰਨਮੈਂਟ ਦਾ ਕੀ ਰੋਲ ਹੋਣਾ ਚਾਹੀਦਾ ਹੈ? ਸਵਾਲ ਇਹ ਵੀ ਹੈ। ਕੈਨੇਡੀਅਨ ਗਵਰਨਮੈਂਟ ਇਸ ਸਭ ਨੂੰ ਕਿਵੇਂ ਰੋਕ ਸਕਦੀ ਹੈ? ਸਵਾਲ ਇਹ ਵੀ ਹੈ ਕਿ ਵਾਕਈ ਉਹ ਲੋਕ ਜੋ ਇੰਡੀਅਨਸ ਦੇ ਨਾਲ, ਜੋ ਸਿੱਖਾਂ ਦੇ ਨਾਲ ਗਲਤ ਵਿਵਹਾਰ ਕਰਦੇ ਨੇ, ਉਹਨਾਂ ਦੇ ਲਈ ਕਿਸ ਤਰ੍ਹਾਂ ਦੀ ਸਜ਼ਾ ਜਿਹੜੀ ਹੋਣੀ ਚਾਹੀਦੀ ਹੈ? ਅਸੀਂ ਸਿੱਧਾ ਸਵਾਲ ਤੁਹਾਨੂੰ ਕਰ ਰਹੇ ਹਾਂ ਕਿ 65% ਸਿੱਖ ਨਫ਼ਰਤ ਦਾ ਸ਼ਿਕਾਰ ਨੇ। ਉਹਨਾਂ ਨੂੰ ਸਿਰਫ ਨਿਸ਼ਾਨਾ ਇਸ ਲਈ ਬਣਾਇਆ ਗਿਆ ਉਹਨਾਂ ਦੀ ਪਛਾਣ ਕਰਕੇ, ਉਹਨਾਂ ਦੀ ਦਸਤਾਰ ਕਰਕੇ। ਕਿ ਤੁਸੀਂ ਸਿਰਫ ਡਾਲਰ ਕਮਾਉਣ ਲਈ ਗਏ ਹੋ ਜਾਂ ਆਪਣੀ ਇੱਜ਼ਤ ਬਚਾਉਣ ਲਈ ਵੀ ਗਏ ਹੋ? ਅੱਜ ਤੁਸੀਂ ਸਾਨੂੰ ਆਪਣੀ ਰਾਏ ਸਾਂਝੀ ਕਰ ਸਕਦੇ ਕਿ ਤੁਹਾਡੀ ਰਾਏ ਸਭ ਦੇ ਬਾਬਤ ਕੀ ਹੈ? ਕੈਨੇਡਾ ਦੇ ਵਿੱਚ ਹੇਟ ਸਿੱਖ ਟਾਰਗੇਟ, ਸਿੱਖਾਂ ਨੂੰ ਕਿਉਂ ਟਾਰਗੇਟ ਕੈਨੇਡਾ ਦੇ ਵਿੱਚ ਲਗਾਤਾਰ ਕੀਤਾ ਜਾ ਰਿਹਾ ਹੈ? ਇਸ ਦੇ ਪਿੱਛੇ ਦੀਆਂ ਕਿਹੜੀਆਂ ਵਜ੍ਹਾ ਨੇ? ਕਿ ਗਰਾਊਂਡ ਲੈਵਲ ਤੇ ਵਜ੍ਹਾ ਇਸ ਦੀ ਕੁਝ ਹੋਰ ਹੈ ਜਾਂ ਫਿਰ ਅਸੀਂ ਸਿੱਖ ਲੋਕ ਹੀ ਕੋਈ ਜਾਣ ਬੁੱਝ ਕੇ ਉਹ ਜ਼ਰੂਰ ਕਰਦੇ ਰਹਿੰਦੇ ਹਾਂ ਤਾਂ ਸਾਨੂੰ ਇਸ ਤਰ੍ਹਾਂ ਦੀਆਂ ਹਿੰਸਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ? ਇਹ ਸਭ ਦੇ ਵਿੱਚ ਸਾਡੀ ਗਲਤੀ ਹੈ ਜਾਂ ਫਿਰ ਉਹਨਾਂ ਲੋਕਾਂ ਦੀ ਗਲਤੀ ਹੈ ਜਿਹੜੇ ਅਜਿਹੇ ਕਾਰਜ ਨੇ ਜਿਹੜੇ ਕਰਦੇ ਨੇ, ਜਾਂ ਫਿਰ ਸਰਕਾਰ ਦੀ ਗਲਤੀ ਹੈ ਜੋ ਕੁਝ ਕਰਦੀ ਹੀ ਨਹੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ? ਤਾਂ ਕਰਨਾ ਕੀ ਚਾਹੀਦਾ ਹੈ? ਸਵਾਲ ਇਹ ਵੀ ਸਿੱਧਾ ਖੜਾ ਹੋ ਰਿਹਾ ਹੈ। ਜੇ ਅੱਜ ਸਾਡੇ ਬਜ਼ੁਰਗਾਂ ਦੀ ਪੱਗ ਨੂੰ ਕੋਈ ਹੱਥ ਪੈ ਰਿਹਾ ਹੈ ਤੇ ਕੱਲ ਨੂੰ ਤੁਹਾਡੀ ਸਾਡੀ ਸਭ ਦੀ ਵਾਰੀ ਆਏਗੀ। ਕਦੋਂ ਤੱਕ ਅਸੀਂ ਇਕੱਲੀ ਦੁਕੱਲੀ ਘਟਨਾ ਕਰਕੇ ਚੁੱਪ ਕਰਦੇ ਰਹਾਂਗੇ? ਅੱਜ ਸਵਾਲ ਅਸੀਂ ਪਾਵਾਂਗੇ ਉਹਨਾਂ ਲੀਡਰਾਂ ਨੂੰ ਜੋ ਸਾਡੀਆਂ ਵੋਟਾਂ ਲੈ ਕੇ ਪਾਰਲੀਮੈਂਟ 'ਚ ਗੂੰਗੇ ਬਣੇ ਬੈਠੇ ਨੇ। ਕਿ ਸਾਡੇ ਸਿੱਖ ਲੀਡਰ ਗੂੰਗੇ ਹੋ ਰਹੇ? ਉਹਨਾਂ ਨੂੰ ਜ਼ੁਬਾਨ ਲੱਗੀ ਸੀ ਔਰ ਆਪਣੇ ਖੋਹ ਲਈ ਹੈ
ਉਹ ਆਪਣੇ ਲੋਕਾਂ ਦੇ ਹੱਕਾਂ ਲਈ ਕਦ ਬੋਲਣਗੇ? ਉਹ ਆਪਣੇ ਲੋਕਾਂ ਦੇ ਹੱਕਾਂ ਲਈ ਕਿਉਂ ਨਹੀਂ ਬੋਲਦੇ? ਕਿਉਂ ਉਹਨਾਂ ਦੇ ਮੂੰਹ ਦੇ ਵਿੱਚ ਘੁੰਗਣੀਆਂ ਪੈ ਜਾਂਦੀਆਂ ਨੇ? ਕਿਉਂ ਮੂੰਹ ਦੇ ਵਿੱਚ ਦਹੀਂ ਜੰਮ ਜਾਂਦਾ ਹੈ? ਕਿ ਜ਼ਰੂਰੀ ਨਹੀਂ ਹੈ ਕਿ ਇੱਕ ਸਖਤ ਆਵਾਜ਼, ਇੱਕ ਬੋਲਡ ਆਵਾਜ਼ ਚੁੱਕੀ ਜਾਵੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ, ਹੇਟ ਕ੍ਰਾਈਮਸ ਨੂੰ ਰੋਕਣ ਦੇ ਲਈ? ਕਿ ਹੇਟ ਕ੍ਰਾਈਮ ਰੋਕਣਾ ਮੁਸ਼ਕਿਲ ਹੈ? ਕਿ ਕੈਨੇਡਾ ਦੀ ਧਰਤੀ ਤੇ ਇਸੇ ਤਰ੍ਹਾਂ ਦੀਆਂ ਘਟਨਾਵਾਂ ਵੱਧਦੀਆਂ ਜਾਣਗੀਆਂ? ਪਹਿਲਾਂ US ਦੇ ਵਿੱਚ ਸੁਣਿਆ ਸੀ, ਹੁਣ ਕੈਨੇਡਾ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ 'ਚ ਵਾਧਾ ਹੋ ਰਿਹਾ ਹੈ। ਇਹ ਅੰਕੜਾ ਡਰਾ ਦੇਣ ਵਾਲਾ ਹੈ, ਇਹ ਘਟਨਾਵਾਂ ਡਰਾ ਦੇਣ ਵਾਲੀਆਂ ਹਨ। ਸਾਡੇ ਬਜ਼ੁਰਗ ਡਰਦੇ ਸਾਏ ਹੇਠ ਨੇ, ਸਾਡੇ ਬੱਚੇ ਡਰ ਡਰ ਕੇ ਸਕੂਲ ਜਾਂਦੇ ਨੇ। ਪਰ ਇਹਨਾਂ ਨੂੰ ਰੋਕਣਾ ਕਿਵੇਂ ਹੈ? ਇਸ ਤੇ ਵੀ ਇੱਕ ਰਣਨੀਤੀ ਘੜਨੀ ਪਏਗੀ ਕਿ ਹੁਣ ਸਮਾਂ ਨਹੀਂ ਹੈ ਕਿ ਸਾਰੇ ਇੱਕ ਸਿੱਖ ਇਕੱਠੇ ਹੋ ਜਾਣ। ਸਾਨੂੰ ਪਤਾ ਹੈ ਕਿ ਸਿੱਖ ਵੀ ਕਈ ਤਰ੍ਹਾਂ ਪਾਟੇ ਹੋਏ ਨੇ, ਪਰ ਹੁਣ एकता ਦਿਖਾਉਣ ਦੀ ਲੋੜ ਹੈ। ਜੇਕਰ ਇਕੱਠੇ ਨਹੀਂ ਹੋਣਗੇ ਤਾਂ ਇਹ ਏਦਾਂ ਹੀ ਚੱਲਦਾ ਰਹੇਗਾ। ਤੁਹਾਨੂੰ ਕਈ ਤਰ੍ਹਾਂ ਦੀਆਂ ਘਟਨਾਵਾਂ ਦਾ ਸ਼ਿਕਾਰ ਬਣਾਇਆ ਜਾ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਉੱਠੋ, ਖੜੇ ਹੋਵੋ, ਆਪਣੀ ਆਵਾਜ਼ ਚੁੱਕੋ, ਜਨ ਅੰਦੋਲਨ ਦੇ ਵਿੱਚ ਬਦਲੋ। ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਓ ਕਿ ਸਿਰਫ ਅਸੀਂ ਤੁਹਾਨੂੰ ਪੈਸੇ ਦੇ ਕੇ ਵੀਜ਼ਾ ਖਰੀਦਣ ਨਹੀਂ ਆਏ ਜਾਂ ਤੁਹਾਡੇ ਦੇਸ਼ ਦੇ ਵਿੱਚ ਕੰਮ ਕਰਨ ਲਈ ਨਹੀਂ ਆਏ। ਸਾਨੂੰ ਸੁਰੱਖਿਅਤ ਮਾਹੌਲ ਦੇਣਾ ਤੁਹਾਡੀ ਜ਼ਿੰਮੇਵਾਰੀ ਹੈ। ਤੁਹਾਨੂੰ ਸੁਰੱਖਿਅਤ ਮਾਹੌਲ ਦੇਣਾ ਹੀ ਪਏਗਾ, ਤਦ ਹੀ ਸਿੱਖ ਆ ਸਕਣਗੇ, ਤਦ ਹੀ ਪੰਜਾਬੀ ਆਉਣਗੇ। ਨਹੀਂ ਤਾਂ ਉੱਥੇ ਰਹਿ ਕੇ ਕੰਮ ਕਰਨਾ ਬੇਹੱਦ ਮੁਸ਼ਕਿਲ ਹੋ ਜਾਵੇਗਾ। 60% ਕੈਨੇਡੀਅਨ ਸਿੱਖ ਇਸ ਤਰ੍ਹਾਂ ਦੇ ਵਿਤਕਰੇਬਾਜ਼ ਦੇ ਸ਼ਿਕਾਰ ਨੇ। ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਵੱਲੋਂ ਰਿਪੋਰਟ ਜਾਰੀ ਕੀਤੀ ਗਈ ਹੈ। 80% ਲੋਕਾਂ ਮੁਤਾਬਕ ਪਿਛਲੇ 5 ਸਾਲਾਂ ਵਿੱਚ ਘਟਨਾਵਾਂ ਵਧੀਆਂ ਨੇ। ਸਾਡਾ ਅੱਜ ਦਾ ਮੁੱਦਾ ਹੈ ਜੀ ਸਿੱਖ ਸੁਰੱਖਿਆ ਦੀ ਸਾਜ਼ਿਸ਼। ਇਹ ਵਾਕਿਆ ਹੀ ਕੋਈ ਸਾਜ਼ਿਸ਼ ਹੈ ਸਿੱਖਾਂ ਦੀ ਸੁਰੱਖਿਆ ਦੇ ਨਾਲ ਖਿਲਵਾੜ ਕਰਨ ਦੀ, ਜਾਂ ਫਿਰ ਜਾਣਬੁੱਝ ਕੇ ਕੁਝ ਲੋਕ ਕਰ ਰਹੇ ਨੇ ਸਿੱਖਾਂ ਨੂੰ ਰਾਹ ਧਮਕਾ ਕੇ ਆਪਣੇ ਦੇਸ਼ ਦੇ ਵਿੱਚੋਂ ਕੱਢਣ ਲਈ? ਇਹਨਾਂ ਲੋਕਾਂ ਤੇ ਕੋਈ ਕਾਰਵਾਈ ਕਿਉਂ ਨਹੀਂ ਹੁੰਦੀ? ਕੀ ਕਦੇ ਕੋਈ ਕਾਰਵਾਈ ਅਜਿਹੇ ਲੋਕਾਂ ਤੇ ਹੋਈ ਹੈ ਜਿਨ੍ਹਾਂ ਨੇ ਅਜਿਹੀਆਂ ਕਰਤੂਤਾਂ ਨੂੰ ਅੰਜਾਮ ਦਿੱਤਾ? ਜੇਕਰ ਕਾਰਵਾਈ ਹੋਈ ਤਾਂ ਕੀ ਹੋਈ ਸੀ? ਉਹ ਕਾਰਵਾਈ ਕਿਵੇਂ ਦੀ ਸੀ? ਕਿਸ ਤਰ੍ਹਾਂ ਦੀ ਸਖਤ ਕਾਰਵਾਈ ਪੁਲਿਸ ਨੇ ਕੀਤੀ, ਜਾਂ ਫਿਰ ਸਿਰਫ ਵਾਰਨਿੰਗ ਦੇ ਕੇ ਪੁਲਿਸ ਦੇ ਵੱਲੋਂ ਛੱਡ ਦਿੱਤਾ ਜਾਂਦਾ ਹੈ, ਜਾਂ ਹੇਟ ਕ੍ਰਾਈਮਸ ਨੂੰ ਰੋਕਣ ਦੇ ਲਈ ਪੁਲਿਸ ਦੇ ਵੱਲੋਂ ਕੋਈ ਵੱਡੀ ਕਾਰਵਾਈ ਵੀ ਕਦੇ ਕੀਤੀ ਗਈ ਹੈ? ਕਿ ਸਿੱਖਾਂ ਦੀ ਸੁਰੱਖਿਆ ਸਿਰਫ ਕਾਗਜ਼ਾਂ ਤੱਕ ਹੈ? ਰਿਪੋਰਟ ਕਹਿੰਦੀ ਹੈ ਕਿ ਕਈ % ਲੋਕ ਡਰੇ ਹੋਏ ਨੇ ਕਿ ਕੈਨੇਡਾ ਸਰਕਾਰ ਦਾ ਕਾਨੂੰਨ ਸਿਰਫ ਗੋਰਿਆਂ ਦੀ ਹਿਫਾਜ਼ਤ ਲਈ ਹੈ, ਗੋਰਿਆਂ ਦੀ ਰਾਖੀ ਦੇ ਲਈ ਹੈ ਕੈਨੇਡਾ ਦਾ ਕਾਨੂੰਨ, ਕਿ ਸਿੱਖਾਂ ਦੀ ਰਾਖੀ ਲਈ ਇਹ ਕਾਨੂੰਨ ਨਹੀਂ ਹੈ ਜਿਨ੍ਹਾਂ ਤੋਂ ਤੁਸੀਂ ਪੈਸੇ ਲੈਣੇ ਹੋ। ਕੈਨੇਡਾ ਦੇ ਵਿੱਚ ਵੱਧ ਰਹੇ ਨਸਲੀ ਹਮਲਿਆਂ ਨੂੰ ਤੁਸੀਂ ਕਿਸ ਲਈ ਜ਼ਿੰਮੇਵਾਰ ਮੰਨਦੇ ਹੋ? ਕਿ ਕੈਨੇਡਾ ਦੇ ਵਿੱਚ ਨਸਲੀ ਹਮਲੇ ਵੱਧ ਰਹੇ ਨੇ, ਇਸ ਲਈ ਕੌਣ ਜ਼ਿੰਮੇਵਾਰ ਹੈ? ਕੈਨੇਡਾ ਸਰਕਾਰ ਦੀਆਂ ਢਿੱਲੀਆਂ ਨੀਤੀਆਂ, ਸਿੱਖ ਸਿਆਸਤਦਾਨਾਂ ਦੀ ਚੁੱਪ, ਸਾਡੀ ਆਪਸੀ ਫੁੱਟ, ਜਾਂ ਫਿਰ ਨਸਲਵਾਦੀ ਸੋਚ ਦਾ ਪਤਲਾ? ਇਸ ਲਈ ਕੌਣ ਜ਼ਿੰਮੇਵਾਰ ਹੈ? ਇਸ ਦਾ ਜਵਾਬ ਤੁਸੀਂ ਸਾਨੂੰ ਦੇ ਸਕਦੇ ਹੋ। ਵੋਟਸਟਾਕ ਦੇ ਵਿੱਚ ਵੀ ਬੀਤੇ ਦਿਨ ਅਜਿਹਾ ਹੋਇਆ, ਬਜ਼ੁਰਗ ਨੂੰ ਧੱਕੇ ਮਾਰੇ ਗਏ, ਉਸ ਨਾਲ ਛੇੜਛਾੜ ਕੀਤੀ ਕਿ ਉਸਨੇ ਭੱਤੀ ਸ਼ਬਦਾਵਲੀ ਵਰਤੀ ਗਈ। ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਅਤੇ ਉਸ ਵਿਅਕਤੀ ਨੂੰ ਆਪਣੇ ਨਾਲ ਲੈ ਗਈ, ਪਰ ਕੀ ਉਸ ਤੇ ਕੋਈ ਸਖਤ ਕਾਰਵਾਈ ਹੋਏਗੀ ਜਿਸ ਦੇ ਵੱਲੋਂ ਅਜਿਹਾ ਕੀਤਾ ਗਿਆ ਹੈ? ਸਿੱਖ ਹੋ ਰਹੇ ਟਾਰਗੇਟ, ਡਰ ਪਿੱਛੇ ਕਿਹੜਾ ਏਜੰਡਾ ਸੈੱਟ? ਸਵਾਲ ਸਿੱਧਾ ਜਿਹਾ ਹੈ। ਇਸ ਦਾ ਜਵਾਬ ਅਸੀਂ ਉਡੀਕ ਰਹੇ ਸਾਂ। 5 ਸਾਲਾਂ ਦੀ ਡਾਟਾ ਫਾਈਲ ਕਿਉਂ ਸਵਾਲਾਂ 'ਚ ਸਮਾਈਲ? ਕਿਉਂਕਿ ਓਬਵੀਅਸਲੀ ਹੈ ਕਿ ਜੇਕਰ ਡਰ ਹੋਵੇਗਾ ਤਾਂ ਸਮਾਈਲ ਚਿਹਰੇ ਤੇ ਆਵੇਗੀ ਹੀ। ਕਿ ਇੰਡੀਅਨਸ ਨਾਲ ਨਫ਼ਰਤ ਜਾਇਜ਼ ਹੈ? ਕਿ ਸਿੱਖਾਂ ਨਾਲ ਨਫ਼ਰਤ ਜਾਇਜ਼ ਹੈ? ਕਿ ਸਿੱਖ ਇਨਸਾਨ ਨਹੀਂ, ਕਿ ਇੰਡੀਅਨ ਇਨਸਾਨ ਨਹੀਂ? ਕਿ ਉਹ ਪੈਸੇ ਦੇ ਕੇ ਕੈਨੇਡਾ ਦੀ ਧਰਤੀ ਤੇ ਨਹੀਂ ਆਏ? ਉਹ ਕਈ ਲੱਖਾਂ ਰੁਪਏ ਤਾਰ ਕੇ, ਡਾਲਰ ਤਾਰ ਕੇ ਕੈਨੇਡਾ ਦੀ ਧਰਤੀ ਤੇ ਆਏ ਨੇ। ਫਿਰ ਉਹਨਾਂ ਨੂੰ ਸ਼ਿਕਾਰ ਕਿਉਂ ਬਣਾਇਆ ਜਾ ਰਿਹਾ ਹੈ? ਰੇਸਿਜ਼ਮ ਕੈਨੇਡਾ ਦੇ ਵਿੱਚ ਕਿਉਂ ਵੱਧ ਰਿਹਾ ਹੈ? ਰੇਸਿਸਟ ਕਿਉਂ ਅਜਿਹਾ ਕਰ ਰਹੇ ਨੇ? ਸਿੱਖਾਂ ਤੇ ਹਮਲੇ ਹੋ ਰਹੇ ਨੇ, ਉਹਨਾਂ ਦੀਆਂ ਪੱਗਾਂ ਉਤਾਰੀਆਂ ਜਾ ਰਹੀਆਂ ਨੇ, ਪੱਗਾਂ ਢਾਈਆਂ ਜਾ ਰਹੀਆਂ ਨੇ, ਉਹਨਾਂ ਨੂੰ ਕੁੱਟਿਆ ਲੁੱਟਿਆ ਮਾਰਿਆ ਜਾ ਰਿਹਾ ਹੈ, ਉਹਨਾਂ ਨੂੰ ਅਪਸ਼ਬਦ ਕਹੇ ਜਾ ਰਹੇ ਨੇ, ਉਹਨਾਂ ਨੂੰ ਆਪਣੇ ਦੇਸ਼ ਤੋਂ ਬਾਹਰ ਜਾਣ ਲਈ ਆਖਿਆ ਜਾ ਰਿਹਾ ਹੈ। ਅਜਿਹਾ ਸਭ ਕੁਝ ਆਖਰਕਾਰ ਕੌਣ ਹੈ? ਅਜਿਹਾ ਕਰਨ ਵਾਲਾ ਕੌਣ ਹੈ? ਉਸ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ? ਕੈਨੇਡੀਅਨ ਕ੍ਰਾਈਮ ਰੇਟ ਕਿਉਂ ਵੱਧ ਰਹੀ ਹੈ? ਸਿੱਖਾਂ ਦੇ ਖਿਲਾਫ ਹੇਟ ਹੈ ਜਿਹੜੀ ਉਹ ਕਿਉਂ ਵੱਧ ਰਹੀ ਹੈ? ਫਿਤਕਰੇਬਾਜ਼ਾਂ ਦੇ ਕੋਲ ਕੀ ਦੇਸ਼ ਦਾ ਰਿਮੋਟ ਹੈ? ਉਹ ਜਿਸ ਦੇ ਨਾਲ ਜੋ ਚਾਹਣਗੇ ਉਹ ਕਰਨਗੇ, ਜਿਸ ਨੂੰ ਡਰਾਉਣਗੇ, ਧਮਕਾਉਣਗੇ, ਕੁੱਟਣਗੇ, ਲੁੱਟਣਗੇ, ਮਾਰਨਗੇ? ਕਿ ਸਭ ਉਹਨਾਂ ਦੇ ਹੱਥ ਵਿੱਚ ਹੈ ਕੰਟਰੋਲ, ਜਾਂ ਫਿਰ ਪੁਲਿਸ ਦੇ ਹੱਥ ਦੇ ਵਿੱਚ ਵੀ ਕੰਟਰੋਲ ਹੈ, ਕੈਨੇਡੀਅਨ ਗਵਰਨਮੈਂਟ ਦੇ ਹੱਥ ਵਿੱਚ ਵੀ ਕੰਟਰੋਲ ਹੈ? ਜੇਕਰ ਕੈਨੇਡੀਅਨ ਗਵਰਨਮੈਂਟ ਤੇ ਪੁਲਿਸ ਦੇ ਹੱਥ ਦੇ ਵਿੱਚ ਕੰਟਰੋਲ ਹੈ ਤਾਂ ਜਿਹੜੀਆਂ ਘਟਨਾਵਾਂ 'ਚ ਵਾਰ-ਵਾਰ ਇਜ਼ਾਫਾ ਕਿਉਂ ਹੋ ਰਿਹਾ ਹੈ? ਵਾਰ-ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਉਂ ਵੇਖਣ ਨੂੰ ਮਿਲ ਰਹੀਆਂ ਨੇ? ਅਜਿਹਾ ਕੀ ਹੈ ਉਸ ਨੂੰ ਰੋਕ ਸਕਦਾ ਹੈ? ਤੁਸੀਂ ਵੀ ਦੱਸ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਅਜਿਹੀਆਂ ਘਟਨਾਵਾਂ ਨੇ ਜਿਹੜੀਆਂ ਉਹ ਰੋਕੀਆਂ ਜਾ ਸਕਦੀਆਂ ਨੇ। ਅੱਜ ਸਮਾਂ ਹੈ ਸਾਨੂੰ ਸਾਰਿਆਂ ਨੂੰ ਚਿਰਾਨੀ ਮਸਲੀ ਆਵਾਜ਼ ਚੁੱਕਣੀ ਪਏਗੀ। ਅੱਜ ਅਸੀਂ ਸਵਾਲ ਵੀ ਪੁੱਛੇ ਨੇ, ਰਿਪੋਰਟਾਂ ਦੇ ਅੰਕੜੇ ਵੀ ਦੇਖੇ ਨੇ ਤੇ ਤੁਹਾਡੀਆਂ ਗੱਲਾਂ ਸੁਣਨ ਦੀ ਕੋਸ਼ਿਸ਼ ਵੀ ਕੀਤੀ ਹੈ, ਪਰ
ਹੁਣ ਇਹ ਗੱਲ ਸਾਫ਼ ਕਰਦੀ ਹੈ ਕਿ ਕੈਨੇਡਾ ਦੀਆਂ ਸੜਕਾਂ ਤੇ ਸਾਡੇ ਬਜ਼ੁਰਗਾਂ ਨੂੰ ਲੱਗੇ ਧੱਕੇ ਸਿਰਫ ਨਸਲਵਾਦ ਦੀ ਨਿਸ਼ਾਨੀ ਨਹੀਂ, ਸਗੋਂ ਇਹ ਸਾਡੀ ਅਣਖ ਨੂੰ ਫੰਕਣਾ। ਅੱਜ ਜੇਕਰ ਕਈ ਫੀਸਦ ਸਿੱਖ ਆਪਣੀ ਪਛਾਣ ਲੁਕੋ ਕੇ ਰਹਿ ਰਹੇ ਹਨ, ਡਰ ਮਹਿਸੂਸ ਕਰਦੇ ਹਨ, ਤਾਂ ਸਮਝ ਲਓ ਕਿਤੇ ਨਾ ਕਿਤੇ ਸਾਡੀ ਇਕਜੁੱਟਤਾ ਚ ਕਮੀ ਹੈ। ਯਾਦ ਰੱਖਿਓ, ਇਤਿਹਾਸ ਗਵਾਹ ਹੈ, ਜਿਹੜੀਆਂ ਕੌਮਾਂ ਆਪਣੀ ਪਛਾਣ ਲਈ ਲੜਨਾ ਛੱਡ ਦਿੰਦੀਆਂ ਨੇ, ਉਹ ਨਕਸ਼ੇ ਤੋਂ ਮਿਟ ਜਾਂਦੀਆਂ ਨੇ। ਅਸੀਂ ਤੇ ਸਿਰਫ ਡਾਲਰਾਂ ਦੇ ਢੇਰ ਲਾਉਣ ਲਈ ਨਹੀਂ ਆਏ, ਅਸੀਂ ਇੱਥੇ ਆਪਣੇ ਮਾਣ ਸਨਮਾਨ ਨਾਲ ਜਿਉਣ ਆਏ ਹਾਂ, ਕਿਉਂਕਿ ਤੁਸੀਂ ਮੁਫਤ ਵਿੱਚ ਨਹੀਂ ਆਏ, ਤੁਸੀਂ ਲੱਖਾਂ ਰੁਪਏ ਫੀਸਾਂ ਤਾਰ ਕੇ ਆਏ। ਸਰਕਾਰਾਂ ਆਉਣਗੀਆਂ ਜਾਣਗੀਆਂ, ਲੀਡਰ ਵਾਅਦੇ ਕਰਨਗੇ ਤੇ ਭੁੱਲ ਜਾਣਗੇ, ਪਰ ਜਿਸ ਦਿਨ ਅਸੀਂ ਹੋ ਕੇ ਕਹਿ ਦਿੱਤਾ ਕਿ ਸਾਡੀ ਦਸਤਾਰ ਸਾਡੀ ਸ਼ਾਨ ਹੈ, ਕੋਈ ਖੈਰਾਤ ਨਹੀਂ, ਉਸ ਦਿਨ ਤੋਂ ਕਿਸੇ ਦੀ ਜ਼ਰੂਰਤ ਨਹੀਂ ਪਏਗੀ ਕਿ ਤੁਹਾਡੇ ਤੇ ਹਮਲਾ ਕਰੇ, ਤੁਹਾਨੂੰ ਨਸਲੀ ਟਿੱਪਣੀਆਂ ਕਰੇ, ਤੁਹਾਡੇ ਨਾਲ ਭੇਦਭਾਵ ਕਰੇ। ਤਾਂ ਕੈਨੇਡਾ ਦੇ ਵਿੱਚ ਵੱਧ ਰਹੀਆਂ ਇਹਨਾਂ ਘਟਨਾਵਾਂ ਨੇ ਚਿੰਤਾਵਾਂ ਵਧਾਈਆਂ ਨਹੀਂ, ਪਰ ਕੀ ਵਾਕਿਆ ਹੀ ਕੈਨੇਡਾ ਚ ਵਧੀਆਂ ਚਿੰਤਾਵਾਂ ਤੋਂ ਬਾਅਦ ਕੋਈ ਕੰਪੇਨ ਕੈਨੇਡਾ ਚ ਚੱਲੇਗੀ ਕਿ ਸਿੱਖ ਇਕਜੁੱਟ ਹੋਣਗੇ, ਕਿ ਸਿੱਖ ਸੰਸਥਾਵਾਂ ਇਕਜੁੱਟ ਹੋਣਗੀਆਂ, ਕਿ ਸਿੱਖ ਲੀਡਰ ਆਪਣੇ ਸਿੱਖਾਂ ਦੇ ਲਈ ਕੁਝ ਕਰਨਗੇ। ਫਿਲਹਾਲ ਅੱਜ ਦੇ ਮੁੱਦੇ ਚ ਇੰਨਾ ਹੀ। ਇਜਾਜ਼ਤ ਦਿਓ, ਧੰਨਵਾਦ, ਸਤਿ ਸ੍ਰੀ ਅਕਾਲ।